ਚੰਨੀ ਦੀ ਵੀ ਨਹੀਂ ਚੱਲਦੀ ਕਾਂਗਰਸ ਦੇ ਵਿੱਚ? ਜੇ ਚਲਦੀ ਹੁੰਦੀ ਤੇ ਅੱਜ ਨਿਮਿਸ਼ਾ ਮਹਿਤਾ ਨੂੰ ਉਧਰੋਂ ਟਿਕਟ ਮਿਲੀ ਹੁੰਦੀ। ਕਿਸੇ ਬਲਾਕ ਪ੍ਰਧਾਨ ਨੂੰ ਫਿਟੇ ਮੂੰਹ ਨਹੀਂ ਕਹੀ। ਇਹ ਸਾਰੀ ਕਾਂਗਰਸ ਨੇ 5 ਸਾਲ ਵਿਚਾਰੇ ਲੈ ਲੜੀਆਂ ਕੱਢਦੇ ਮਰ ਗਏ। ਕਰਨੀ ਤੇ ਇਹਨਾਂ ਨੇ ਆਪਦੀ ਮਰਜ਼ੀ ਹੈ। ਇਹ ਸਭ ਝੂਠਾਂ ਦੇ ਪੁਲੰਦੇ ਨੇ। ਤੁਸੀਂ ਨਵਜੋਤ ਸਿੱਧੂ ਨਾਲ ਗੱਲ ਕੀਤੀ ਟਿਕਟ ਬਾਰੇ? ਛੋਟੀ ਭੈਣ ਤੇ ਅੰਦਰ जाके मुंह च घुंगड़ियां दे लिए, बोले नहीं। राहुल गांधी जी को की तजर्बा है सिवाय कि इंदिरा गांधी का पोता होने तो इलावा उन्होंने को तजर्बा की हैगा। झूठा का पुलंदा छड़ते हैं दोनों भैन भरा राहुल गांधी और प्रियंका गांधी, और दोनों ही जमीनी लीडर नहीं है। अरविंद केजरीवाल जी को पहली गल तो पंजाब बारे की पता है, लुधियाने जिड्डा उहदा दिल्ली हैगा। कही जाओ कि ਅਸੀਂ आसमान तो तारे भी तोड़ देंगे, पर गल तो है कि तोड़न वाला चाहिए है। ਕਿਸਾਨ ਅੰਦੋਲਨ ਵੀ ਚੱਲਦਾ ਰਿਹਾ। ਪੰਜਾਬ ਨੂੰ ਕੀ ਦੇ ਸਕਦੀ ਹੈ ਬੀਜੇਪੀ? ਤੁਹਾਨੂੰ ਲੱਗਦਾ ਵੀ ਕੁਝ ਨਾ ਕੁਝ ਮਿਲ ਸਕਦਾ? ऑल वर्ल्ड ये गल जानता है कि जेकर करतारपुर का लांघा खुलाया तो वो भारत सरकार तो बिना, मोदी जी तो बिना नहीं खुल सकता सी। साडे हिमाचल प्रदेश में एडा वड्डा पैकेज मिलिया होया इंडस्ट्री का, और वो सरदार सुखबीर सिंह बादल ने इंडस्ट्री मिनिस्टर होंदियां दिता। पहले तो तू पंजाब का पुੱਤ ਸੀ, ਸਾਡੇ ਪੰਜਾਬ ਦੇ ਨਾਲ ਹੀ ਵਿਤਕਰਾ ਕਰ ਗਿਆ। ਲੋਕਾਂ ਦੀਆਂ ਸਮੱਸਿਆਵਾਂ ਇੱਥੋਂ ਦੀਆਂ ਕੀ ਨੇ? ਇਸ ਹਲਕੇ ਦੇ ਲਈ ਤੁਹਾਡਾ ਵਿਜ਼ਨ ਕੀ ਹੈ? ਦੁਨੀਆ ਜਿਹੜੀ 4 ਨੰਬਰਾਂ ਤੇ ਘੁੰਮਦੀ ਪਈ ਹੈ ਤੇ ਸਾਡਾ ਹਲਕਾ ਗੜਸ਼ੰਕਰ ਜਿਹੜਾ ਬਾਲਟੀਆਂ ਤੇ ਘੜੇ ਢੋ ਰਿਹਾ। ਮੇਰੀਆਂ ਭੈਣਾਂ ਅੱਜ ਵੀ ਘੜੇ ਢੋ ਕੇ ਪਾਣੀ ਲੈ ਕੇ ਜਾਂਦੀਆਂ। ਮੇਰਾ ਜਿਹੜਾ ਮਨਸੂਬਾ ਹੈ ਉਹ ਹਲਕਾ ਗੜਸ਼ੰਕਰ ਨੂੰ ਵਰਲਡ ਦੇ ਨਕਸ਼ੇ ਤੇ ਲੈ ਕੇ ਜਾ ਕੇ ਚਮਕਾਉਣ ਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਇਲੈਕਸ਼ਨ ਪ੍ਰੋਗਰਾਮ। ਮੈਂ ਹਾਂ ਨਿਰਮਲ ਸਿੰਘ ਮਾਨਸ਼ਈਆ। ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਸੀਂ ਪ੍ਰਾਈਮ ਇਲੈਕਸ਼ਨ ਪ੍ਰੋਗਰਾਮ ਦੇ ਤਹਿਤ ਪਹੁੰਚੇ ਹਾਂ ਗੜਸ਼ੰਕਰ ਹਲਕੇ ਦੇ ਵਿੱਚ। ਇੱਥੇ ਗੱਲਬਾਤ ਕਰਦੇ ਹਾਂ ਨਿਮਿਸ਼ਾ ਮਹਿਤਾ ਮੈਡਮ ਨਾਲ, ਜਿਹੜੇ ਕਿ ਬੀਜੇਪੀ ਦੇ ਕੈਂਡੀਡੇਟ ਨੇ। ਭਾਜਪਾ ਨੇ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਮੈਡਮ ਸਵਾਗਤ ਹੈ ਜੀ ਤੁਹਾਡਾ ਪ੍ਰਾਈਮ ਏਸ਼ੀਆ। ਸਤਿ ਸ਼੍ਰੀ ਅਕਾਲ ਜੀ। ਮੈਡਮ ਕਿਵੇਂ ਚੱਲ ਰਿਹਾ ਜੀ ਚੋਣ ਪ੍ਰਚਾਰ ਤੁਹਾਡਾ? ਚੋਣ ਪ੍ਰਚਾਰ ਜ਼ੋਰਾਂ ਤੇ ਹੈਗਾ ਹੈ, ਔਰ ਪਿੰਡ ਜਾ ਰਹੇ ਆ, ਪ੍ਰਚਾਰ ਕਰ ਰਹੇ ਹਾਂ, ਔਰ बड़ा वधिया लोग मेरे सिर ते हथ रख रहे, क्योंकि मैं इलाके दे विच अपने लोगों नू 5 साल जिहड़ा उन्हां दे विच वड़ी रही है, काम करदी रही है। ਤੁਹਾਨੂੰ ਪਹਿਲਾਂ ਤੁਸੀਂ ਕਾਂਗਰਸ ਪਾਰਟੀ 'ਚ ਸੀਗੇ, ਕਾਂਗਰਸ ਪਾਰਟੀ ਨੇ ਤੁਹਾਨੂੰ ਟਿਕਟ ਨਹੀਂ ਦਿੱਤੀ ਜਾਂ ਕੀ ਰੌਲਾ ਹੋਇਆ ਉੱਥੇ? देखो जी, कांग्रेस पार्टी ने टिकट डिनाई कर दिता। पहले कहते रहे कि सर्वेस के आधार के उत्ते असीं टिकट देनी है, और सर्वे मैनूं दिखाए भी गए कि सर्वेस ਦੇ ਵਿੱਚ ਤੂੰ 1 ਨੰਬਰ ਆ ਰਹੀ ਹੈ, ਅਵਲ ਆ ਰਹੀ ਹੈ, ਮੈਨੂੰ ਦੱਸਿਆ ਗਿਆ। ਔਰ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਬੰਦਾ ਜਿਹੜਾ ਇੱਥੇ ਕਦੀ ਰਿਹਾ ਹੀ ਨਹੀਂ, ਪੈਰਾਸ਼ੂਟ ਰਾਹੀਂ ਜਿਹੜਾ ਇਹਨਾਂ ਨੇ ਇੱਕ ਬੰਦਾ ਇੱਥੇ ਉਤਾਰ ਦਿੱਤਾ। ਔਰ ਬੜੀ ਅਜੀਬ ਗੱਲ ਹੈ, ਅੱਜ ਵੀ ਬੜੀ ਵਾਹਿਯਾਤ ਸਟੇਟਮੈਂਟ ਰਾਹੁਲ ਗਾਂਧੀ ਜੀ ਨੇ ਦਿੱਤੀ ਹੋਈ ਸੀਗੀ ਕਿ ਅਸੀਂ ਸਰਵੇ ਕਰਾਵਾਂਗੇ ਕਿ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਸਰਵੇ ਦੇ ਵਿੱਚ ਆਏਗਾ, ਵਿਊ ਪੁੱਛਾਂਗੇ। ਅੱਜ ਤੱਕ ਜਿੰਨੇ ਵੀ मतलब ਇਹੋ ਜਿਹੇ ਬਿਆਨ ਦਿੱਤੇ ਰਾਹੁਲ ਗਾਂਧੀ ਜੀ ਨੇ, ਸਰਾਸਰ ਡਰਾਮਾ ਹੈ। ਪਹਿਲੇ 2012 ਚ ਕਹਿੰਦੇ ਸੀਗੇ ਕਿ ਅਸੀਂ ਬਲਾਕ ਪ੍ਰਧਾਨਾਂ ਨੂੰ ਪੁੱਛ ਕੇ ਟਿਕਟਾਂ ਦੇਵਾਂਗੇ। ਇਹਨਾਂ ਨੇ 17 ਦੇ ਵਿੱਚ ਕਿਸੇ ਨੂੰ ਨਹੀਂ ਪੁੱਛਿਆ। ਹੁਣ ਇਹ ਕਹਿੰਦੇ ਮੁੱਖ ਮੰਤਰੀ ਦਾ ਚਿਹਰਾ ਐਲਾਨਾਂਗੇ। ਜੇਕਰ ਇਹਨਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਦੀ, ਪਹਿਲੇ ਤਾਂ ਇਹਨਾਂ ਨੇ ਇੱਕ ਐਸੀ ਚਿਹਰੇ ਨੂੰ ਵਰਤਿਆ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ, ਔਰ ਲੋਕਾਂ ਦਾ ਮਨ ਪਰਚਾਵਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਿਹੜੀ ਟਿਕਟਾਂ ਦੀ ਵੰਡ ਇਹਨਾਂ ਨੇ ਕੀਤੀ ਹੈ, ਉਹਨਾਂ ਟਿਕਟਾਂ ਦੀ ਵੰਡ 'ਚ ਤੁਸੀਂ ਦੇਖੋ ਕਿ उस मुख मंत्री बेचारे नूं तां पुछिया ही नहीं गया। मेरी टिकट दी छड्डो, बाकी टिकटां विच भी जिते जिते उस गरीब बंदे ने जोर दिता, उत्थे उत्थे आके इन्हां ने रोड रोलर चलाया। तो ये तो सिर्फ लोगों नूं बुद्धू बनाउण दी गल है कि असीं एक ऐसी चेहरे नूं अगे लैके आना है, और हुण सर्वे दा भुलेखा पाई जांदे। करनी तो इन्हां ने आपदी मर्जी है। ये सब झूठां दे पुलंदे ने। ਚੰਨੀ ਦੀ ਵੀ ਨਹੀਂ ਚੱਲਦੀ ਕਾਂਗਰਸ ਦੇ ਵਿੱਚ? जे चलदी हुंदी ते अज निमिशा मेहता नूं उधरों टिकट मिली हुंदी। ਉਹਨੂੰ ਪੁੱਛਿਆ ਹੀ ਨਹੀਂ। ਉਹਨੇ ਜਿੰਨਾ ਜ਼ੋਰ ਦਿੱਤਾ, ਤੁਸੀਂ ਅਖਬਾਰਾਂ 'ਚ ਪੜ੍ਹਿਆ, ਤੁਸੀਂ ਰਿਪੋਰਟ ਕੀਤਾ ਹੈ, ਸਾਰੇ ਪੱਤਰਕਾਰ ਭਾਈਚਾਰੇ ਨੇ। ਔਰ ਹੋਰ ਵੀ ਟਿਕਟਾਂ ਮੈਂ ਤੁਹਾਨੂੰ ਦੱਸ ਸਕਦੀ ਹਾਂ। ਉਹਨਾਂ ਦੇ ਭਰਾ ਨੂੰ ਟਿਕਟ ਨਹੀਂ ਦਿੱਤੀ। ਉਹ ਕਿਤੋਂ ਲੜਨਾ ਚਾਹੁੰਦੇ ਸੀਗੇ, ਪਤਾ ਨਹੀਂ ਇੱਥੇ ਚੱਲਦਾ ਕੀ ਪਿਆ। ਕਾਂਗਰਸ ਪਾਰਟੀ ਦਾ ਜਿਹੜਾ ਪਤਨ ਹੋਣ ਦਾ ਕਾਰਨ ਅੱਜ ਜੇ ਨੈਸ਼ਨਲ ਲੈਵਲ 'ਤੇ ਹੋਇਆ, ਇੰਨੀ ਪਾਰਟੀ ਡਾਊਨ ਗਈ ਹੈ। ਇਟਸ ਬਿਕਮ ਅ ਪਾਰਟੀ ਆਫ ਸਾਈਕੋਫੈਂਟਸ। ਚਮਚਿਆਂ ਦੀ ਪਾਰਟੀ ਬਣ ਚੁੱਕੀ ਹੈ। ਜਿਹੜੇ ਜ਼ਮੀਨੀ ਲੀਡਰ ਹੈ ਉਹਨਾਂ ਨੂੰ ਨਹੀਂ ਪੁੱਛਿਆ ਜਾਂਦਾ। ਰਾਜਾ ਸ਼ਾਹੀ ਔਰ ਜਿਹੜੇ ਵੱਡੇ ਘਰਾਣੇ ਨੇ ਉਹਨਾਂ ਨੂੰ ਅੱਗੇ ਚੁੱਕ ਕੇ ਲਿਆਂਦਾ ਜਾਂਦਾ ਹੈ।
ਪੰਜਾਬ ਦੇ ਵਿੱਚ ਕਾਂਗਰਸ ਨੇ ਇਸ ਵਾਰੀ ਔਰਤਾਂ ਨੂੰ ਕਿੰਨੀ ਕੁ ਨੁਮਾਇੰਦਗੀ ਦਿੱਤੀ ਹੈ? ਦੇਖੋ ਜੀ, ਇਹਨਾਂ ਨੇ 3% ਵੀ ਕਾਂਗਰਸ ਪਾਰਟੀ ਨੇ ਨੁਮਾਇੰਦਗੀ ਜਿਹੜਾ ਨਹੀਂ ਦਿੱਤੀ। ਅੱਜ ਦੇਖੋ, ਸਤਕਾਰ ਕੌਰ 22,000 ਤੋਂ ਜਿੱਤੀ ਹੋਈ ਐਮਐਲਏ ਸੀ, ਉਹਦੀ ਵੀ ਟਿਕਟ ਦਾ ਵਡਾਂਗਾ ਕਰ ਦਿੱਤਾ। ਜਿਹੜੀਆਂ ਮੇਰੇ ਵਰਗੀਆਂ ਡਿਜ਼ਰਵਿੰਗ ਸੀਗੀਆਂ ਉਹਨਾਂ ਨੂੰ ਵੀ ਇਹਨਾਂ ਨੇ ਮਾਂਜ ਕੇ ਸੁੱਟ ਦਿੱਤਾ। ਇੱਕ ਪਾਸੇ ਤੇ ਪ੍ਰਿਯੰਕਾ ਗਾਂਧੀ ਜੀ ਲੜਕੀ ਹੂੰ ਲੜ ਸਕਤੀ ਹੂੰ ਤੇ ਉਹਦੀਆਂ ਫੜਾਂ ਤਾਂ ਮਾਰੀ ਜਾਂਦੇ ਆ ਕਿਉਂਕਿ ਯੂਪੀ ਦੇ ਵਿੱਚ ਇਹਨਾਂ ਦੇ ਕੋਲ ਕੈਂਡੀਡੇਟ ਹੀ ਨਹੀਂ ਹੈ ਲੜਨ ਲਈ, ਔਰ ਉੱਥੇ ਇਹਨਾਂ ਨੇ ਮਹਿਲਾਵਾਂ ਨੂੰ ਬੁੱਧੂ ਬਣਾਤਾ ਹੈ। ਪੰਜਾਬ ਦੇ ਵਿੱਚ ਜਿੱਥੇ ਡਿਜ਼ਰਵਿੰਗ ਵੀ ਸੀ, ਸਿਟਿੰਗ ਵੀ ਸੀ, ਉਹਨਾਂ ਦੀਆਂ ਵੀ ਟਿਕਟਾਂ ਉਡਾਤੀਆਂ ਨੇ। ਤਾਂ ਮੈਂ ਸਮਝਦੀ ਹਾਂ ਕਿ ਝੂਠਾਂ ਦਾ ਪੁਲੰਦਾ ਛੱਡਦੇ ਨੇ ਦੋਨੋਂ ਭੈਣ ਭਰਾ, ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ, ਔਰ ਦੋਨੋਂ ਹੀ ਜ਼ਮੀਨੀ ਲੀਡਰ ਨਹੀਂ ਹੈ। ਇੱਕ ਘਰ ਦੇ ਵਿੱਚ ਪੈਦਾ ਹੋ ਗਏ ਤੇ ਸਾਰੀ ਕਾਂਗਰਸ ਉਹਨਾਂ ਨੂੰ ਪੂਜਦੀ ਫਿਰਦੀ ਹੈ, ਮੇਰੇ ਹਿਸਾਬ ਨਾਲ ਕੋਈ ਬਹੁਤੀ ਖਰੀ ਗੱਲ ਨਹੀਂ। ਔਰ ਇਹਨਾਂ ਨੂੰ 2 ਵਾਰੀ ਲੋਕੀ 14 ਦੇ ਵਿੱਚ ਔਰ 19 ਦੇ ਵਿੱਚ ਆਈਨਾ ਦਿਖਾ ਚੁੱਕੇ ਹੈ, ਔਰ ਮੈਂ ਇਹ ਸਮਝਦੀ ਹਾਂ ਕਿ ਆਉਣ ਵਾਲੀ 24 ਦੇ ਵਿੱਚ ਵੀ ਇਹਨਾਂ ਨੂੰ ਇਹੋ ਜਿਹਾ ਹੀ ਮਾਂਝਾ ਲੱਗਣਾ ਹੈ। ਤੇ ਜਦੋਂ ਤੱਕ ਉਹ ਮੋਦੀ ਜੀ ਸਹੀ ਕਹਿੰਦੇ ਆ ਕਿ ਇਹਨਾਂ ਤੋਂ ਮੁਕਤ ਕਰੋ ਦੇਸ਼ ਨੂੰ, ਇਹ ਇਸ ਕਾਬਲ ਹੀ ਨਹੀਂ ਹੈਗੇ। ਔਰ ਨਾਲ ਮੈਂ ਵੀ ਕਹਿਣਾ ਚਾਹੁੰਦੀ ਹਾਂ ਕਿ ਮੋਦੀ ਜੀ ਨੇ ਜੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ, ਉਹ ਬੇਟੀਆਂ ਨੂੰ, ਲੜਕੀਆਂ ਨੂੰ ਅੱਗੇ ਲੈ ਕੇ ਆਉਣ ਲਈ, ਦੇਖੋ ਮੈਂ ਜ਼ਮੀਨ ਨਾਲ ਜੁੜੀ ਹੋਈ ਸੀ, ਮੈਨੂੰ ਉਹਨਾਂ ਨੇ ਫੌਰਨ ਟਿਕਟ ਦਿੱਤਾ ਤੇ ਬੇਟੀਆਂ ਨੂੰ ਅੱਗੇ ਲਿਆ ਵੀ ਰਹੇ। ਉਹਨਾਂ ਦੀ ਪਾਰਟੀ ਦੇ ਵਿੱਚ ਦੇਖੋ ਕਿੰਨੀਆਂ ਸਾਰੀਆਂ ਸਾਂਸਦ ਨੇ ਲੜਕੀਆਂ, ਕਿੰਨੀਆਂ ਮਹਿਲਾਵਾਂ ਨੂੰ ਉਹ ਟਿਕਟ ਦਿੰਦੇ ਆ। ਸੋ ਇਹ ਫਰਕ ਹੈ ਦੋਨਾਂ ਪਾਰਟੀਆਂ ਦਾ। ਇੱਥੇ ਕੋਈ ਜਿਹੜਾ ਪਰਿਵਾਰਵਾਦ ਦਾ ਰੌਲਾ ਨਹੀਂ ਹੈ, ਉੱਥੇ ਪਰਿਵਾਰਵਾਦ ਦਾ ਰੌਲਾ ਹੈ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ। ਕਾਂਗਰਸ ਪਾਰਟੀ ਦੇ ਵਿੱਚ ਉਹ ਕਹਿੰਦੇ ਸੀ ਵੀ ਇੱਕ ਪਰਿਵਾਰ ਨੂੰ ਇੱਕ ਬੰਦੇ ਨੂੰ ਟਿਕਟ ਦਿੱਤੀ ਜਾਣੀ ਹੈ ਪੰਜਾਬ ਦੇ ਵਿੱਚ, ਉੱਥੇ ਕੀ ਸਮਝਦੇ ਹੋ ਤੁਸੀਂ? ਦੇਖੋ ਜੀ, ਮੈਂ ਬਹੁਤ ਸਾਰੇ ਪਰਿਵਾਰ ਗਿਣਾ ਸਕਦੀ ਹਾਂ ਜਿੱਥੇ ਇੱਕ ਪਰਿਵਾਰ ਦੇ ਵਿੱਚ ਕਈ ਟਿਕਟਾਂ ਦਿੱਤੀਆਂ। ਇੱਥੇ ਕੋਈ ਕ੍ਰਾਈਟੇਰੀਆ ਹੀ ਨਹੀਂ ਹੈ, ਇੱਥੇ ਤਾਂ ਮੈਨੇਜਮੈਂਟ ਚੱਲਦੀ ਹੈ ਕਾਂਗਰਸ ਪਾਰਟੀ ਦੇ ਵਿੱਚ। ਜਿਹੜਾ ਮੈਨੇਜਮੈਂਟ ਕਰ ਗਿਆ, ਪਹਿਲੇ ਤਾਂ ਮੈਨੂੰ ਤਾਂ ਲੱਗਦਾ ਕਿ ਜ਼ਮੀਨ ਨੂੰ ਛੱਡ ਕੇ ਜਿਹੜਾ ਉੱਥੇ ਤਲਵੇ ਚਟਵਾਉਂਦੇ ਨੇ ਇਹ, ਕਿ ਦਿੱਲੀ ਦੇ ਵਿੱਚ ਆ ਕੇ ਕੋਈ ਇਹਦੇ ਪੈਰ ਫੜ ਲਓਗੇ ਤੇ ਧੜਾਬੰਦੀ ਬਹੁਤ ਹੈ। ਇੱਕ ਜਾਖੜ ਧੜਾ ਬਣ ਜਾਂਦਾ ਜੀ, ਇੱਕ ਇਹ ਆਪਣੇ ਨਵਜੋਤ ਸਿੰਘ ਸਿੱਧੂ ਜੀ ਦਾ ਧੜਾ ਬਣ ਜਾਂਦਾ, ਇੱਕ ਤੀਜਾ ਕਿਸੇ ਹੋਰ ਦਾ ਧੜਾ ਬਣ ਜਾਂਦਾ। ਕਿੰਨੇ ਕੁ ਧੜੇ ਤੁਸੀਂ ਪੂਜ ਲਓਗੇ? ਜਾਂ ਤਾਂ ਤੁਸੀਂ ਆਪਣੇ ਲੋਕਾਂ ਦੀ ਪੂਜਾ ਕਰ ਸਕਦੇ ਹੋ ਜ਼ਮੀਨ ਤੇ ਇਲੈਕਸ਼ਨ ਜਿੱਤਣ ਵਾਸਤੇ, ਜਾਂ ਇਹਨਾਂ ਦੀ ਚਮਚਾਗਿਰੀ ਕਰ ਸਕਦੇ ਆ। ਤੇ ਜਿਹੜੇ ਚਮਚਾਗਿਰੀ ਕਰਨ ਵਾਲੇ ਬੰਦੇ ਆ, ਮੈਨੇਜਮੈਂਟ ਕਰਨ ਵਾਲੇ ਬੰਦੇ ਆ, ਜ਼ਿਆਦਾਤਰ ਉਹਨਾਂ ਲੋਕਾਂ ਨੂੰ ਟਿਕਟਾਂ ਮਿਲਦੀਆਂ ਇਸ ਪਾਰਟੀ 'ਚ। ਕਿਹੜੇ ਪਰਿਵਾਰ ਨੇ ਜਿਨ੍ਹਾਂ ਨੂੰ ਤੁਸੀਂ ਗੱਲ ਕਰਦੇ ਹੋ ਵੀ ਪਰਿਵਾਰਵਾਦ ਦੇ ਤਹਿਤ ਟਿਕਟਾਂ ਮਿਲੀਆਂ ਪੰਜਾਬ ਦੇ ਵਿੱਚ? ਦੇਖੋ, ਬਹੁਤ ਸਾਰੇ ਪਰਿਵਾਰ ਨੇ, ਮੈਂ ਕਿਸੇ ਦਾ ਨਾਂ, ਵਿਅਕਤੀ ਵਿਸ਼ੇਸ਼ਤਾ ਨਹੀਂ ਲੈਣਾ ਚਾਹੁੰਦੀ। ਔਰ ਤੁਸੀਂ ਆਪ ਹੀ ਦੇਖਦੇ ਆ ਮਾਲਵੇ ਦੇ ਵਿੱਚ, ਮਾਝੇ ਦੇ ਵਿੱਚ ਕਿੰਨੇ ਪਰਿਵਾਰਾਂ ਨੂੰ ਪਰਿਵਾਰਵਾਦ ਦੇ ਤਹਿਤ ਉਹਨਾਂ ਦੇ ਬੱਚਿਆਂ ਨੂੰ ਫਿਰ ਇਹਨਾਂ ਨੇ ਚੇਅਰਮੈਨੀਆਂ ਵੀ ਦਿੱਤੀਆਂ। ਕੀ ਇੱਥੇ ਸਿਸਟਮ ਹੈਗਾ? ਪਹਿਲੇ ਕਹਿੰਦੇ ਸੀਗੇ ਕਿ ਅਸੀਂ ਐਮਐਲਏਜ਼ ਨੂੰ ਮੁੜ ਕੇ ਚੇਅਰਮੈਨ ਨਹੀਂ ਬਣਾਵਾਂਗੇ, ਜਿਹੜੇ ਐਮਐਲਏਜ਼ ਹੋਣਗੇ ਉਹ ਐਮਐਲਏਜ਼ ਰਹਿਣਗੇ, ਵਰਕਰਾਂ ਨੂੰ ਚੇਅਰਮੈਨੀਆਂ ਦੇਵਾਂਗੇ, ਬਲਾਕ ਪ੍ਰਧਾਨਾਂ ਨੂੰ ਚੇਅਰਮੈਨੀਆਂ ਦੇਵਾਂਗੇ। ਕਿਸੇ ਬਲਾਕ ਪ੍ਰਧਾਨ ਨੂੰ ਫਿਟੇ ਮੂੰਹ ਨਹੀਂ ਕਹੀ। ਇਹ ਸਾਰੀ ਕਾਂਗਰਸ ਨੇ 5 ਸਾਲ ਵਿਚਾਰੇ ਲੇਲੜੀਆਂ ਕੱਢਦੇ ਮਰ ਗਏ। ਬੜੇ ਲੋਕ ਜਿਹੜੀ ਪੋਲਿਊਸ਼ਨ ਬੋਰਡ ਦੀ ਚੇਅਰਮੈਨੀ ਔਰ ਹੋਰ ਚੇਅਰਮੈਨੀਆਂ ਕਿੱਦਾਂ ਮਿਲੀਆਂ। ਇੱਕ ਉਹ ਆਸ਼ਾ ਕੁਮਾਰੀ ਜੀ ਇਹਨਾਂ ਦੀ ਫਿਰਦੀ ਸੀ, ਪਹਿਲੇ ਉਹ ਟਿਕਟਾਂ ਦਾ ਮਾਂਝਾ ਲਾਉਂਦੀ ਰਹੀ, ਲੋਕਾਂ ਦਾ ਮਾਂਝਾ ਲਾਉਂਦੀ ਰਹੀ, ਔਰ ਚੇਅਰਮੈਨੀਆਂ ਤੱਕ ਦੇ ਵਿੱਚ ਜਿਹੜਾ ਉਹਨੇ ਚੰਗਾ ਰੱਜ ਕੇ ਲੋਕਾਂ ਨੂੰ ਮਾਂਝਿਆ। ਔਰ ਅੱਜ ਜਿਹੜਾ ਹੈ ਉਹੀ ਕੰਮ ਅੰਬਿਕਾ ਸੋਨੀ ਹੁਣੀ ਕਰੀ ਜਾਂਦੇ ਹੈ। ਜਿਹੜਾ ਉਹਨਾਂ ਦਾ ਤਲਵਾ ਛੱਟਦਾ ਉਹਨਾਂ ਨੂੰ ਪਿਆਰਾ ਲੱਗਦਾ ਹੈ। ਜ਼ਮੀਨੀ ਹਕੀਕਤ ਉਹਨਾਂ ਕੋਲ ਹੈ ਕੋਈ ਨਹੀਂ। ਆਪ ਕਦੀ ਇਲੈਕਸ਼ਨ ਨਾ ਤਾਂ ਜਿੱਤੇ ਹੈ ਔਰ ਨਾ ਕਿਸੇ ਸਟੇਟ ਦੇ ਵਿੱਚ ਉਹ ਇਲੈਕਸ਼ਨ ਜਿਤਾ ਪਾਏ ਹੈ। ਤਾਂ ਇਹੋ ਜਿਹੇ ਲੀਡਰਾਂ ਦੀ ਜਦੋਂ ਪਾਰਟੀ ਨੇ ਸੁਣਨੀ ਹੈ ਤੇ ਫਿਰ ਇੱਥੇ ਬੇੜਾ ਹੀ ਗਰਕ ਹੋਣਾ। ਤੁਹਾਡੇ ਹਲਕੇ ਜਿਹੜੀ ਟਿਕਟ ਦਿੱਤੀ ਗਈ ਜੀ ਅਮਰਪ੍ਰੀਤ ਲਾਲੀ ਨੂੰ, ਉਹ ਅੰਬਿਕਾ ਸੋਨੀ ਦੇ ਕਹਿਣ ਤੇ ਦਿੱਤੀ ਗਈ ਹੈ? ਬਿਲਕੁਲ ਜੀ, ਬਿਲਕੁਲ। ਅੰਬਿਕਾ ਸੋਨੀ ਜੀ ਦਾ ਉਹ ਚਮਚਾ ਹੈਗਾ ਜਿਹਨੂੰ ਇਹਨਾਂ ਨੇ ਟਿਕਟ ਦਿੱਤੀ ਹੈ। ਔਰ ਅੰਬਿਕਾ ਸੋਨੀ ਜੀ ਨੂੰ ਇਹ ਗੱਲ ਨਹੀਂ ਪਤਾ ਵੀ ਉਹ ਪਿੰਡ 'ਚ, ਇੱਥੇ ਕਿਸੇ ਪਿੰਡ 'ਚ ਉਹਦੀ ਇੰਟਰੋਡਕਸ਼ਨ ਹੀ ਹੈ ਨਹੀਂ ਵਿਚਾਰੇ ਦੀ। ਔਰ ਇੱਕ ਕੰਪਨੀ ਉਹਨੇ ਇੰਗੇਜ ਕੀਤੀ ਹੋਈ ਹੈ ਪ੍ਰਾਈਵੇਟ, ਉੱਥੇ ਦਿਹਾੜੀ ਤੇ ਬੰਦੇ ਲਾ ਕੇ ਤੇ ਉਹ ਬੰਦਾ ਜਿਹੜਾ ਇਲੈਕਸ਼ਨ ਲੜਦਾ ਫਿਰਦਾ। ਇੱਦਾਂ ਇਲੈਕਸ਼ਨਾਂ ਨਹੀਂ ਲੜੀਆਂ ਜਾਂਦੀਆਂ। ਨਾ ਉਹਨੂੰ ਪਿੰਡਾਂ ਦੇ ਰਾਹਾਂ ਦਾ ਪਤਾ, ਨਾ ਮੇਰੇ ਗੜ੍ਹ ਸ਼ੰਕਰ ਦੇ ਪਿੰਡਾਂ ਦੇ ਰਾਹਾਂ ਦਾ ਪਤਾ, ਨਾ ਨਾਵਾਂ ਦਾ ਪਤਾ, ਤੇ ਉਹ ਕੀ ਇਲੈਕਸ਼ਨ ਲੜੇਗਾ? ਇਹ ਜਿਹੜਾ ਜ਼ਮੀਨ ਦੇ ਨਾਲ ਜੁੜ ਕੇ ਤੁਹਾਨੂੰ ਲੋਕਾਂ ਦਾ ਸੁਭਾਅ, ਲੋਕਾਂ ਦੀ ਜਿਹੜੀ ਦਿਮਾਗੀ ਬਣਤਰ, ਉਹ ਤੁਹਾਨੂੰ ਸਮਝਣੀ ਪੈਂਦੀ ਉਹਨਾਂ ਦੇ ਵਿੱਚ ਵਿਚਰ ਕੇ। ਇਹ ਇੱਦਾਂ ਨਹੀਂ ਅੱਜ ਜੇ ਮੈਨੂੰ ਬੱਚਾ ਮੇਰੇ ਗੜ੍ਹ ਸ਼ੰਕਰ ਦਾ ਜਾਣਦਾ ਹੈ ਤਾਂ ਮੈਂ ਲੋਕਾਂ 'ਚ ਵਿਚਰੀ ਹਾਂ। ਤੁਸੀਂ ਨਵਜੋਤ ਸਿੱਧੂ ਨਾਲ ਗੱਲ ਕੀਤੀ ਟਿਕਟ ਬਾਰੇ? ਕਿਉਂਕਿ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਦਾਅਵੇਦਾਰੀ ਜਦੋਂ ਜਤਾਈ ਹੋਣੀ ਹੈ, ਕਦੇ ਮੁਲਾਕਾਤ ਹੋਈ ਉਹਨਾਂ ਨਾਲ? ਦੇਖੋ, ਸਿਆਸਤ ਦੇ ਵਿੱਚ ਕਦੀ ਕੋਈ ਬੰਦਾ ਨਾ ਕਹਿੰਦਾ ਤੁਹਾਨੂੰ, ਜਦੋਂ ਮਿਲੇ ਵੀ ਹੈ। ਛੋਟੀ ਭੈਣ ਦੇ ਅੰਦਰ ਜਾ ਕੇ ਮੂੰਹ 'ਚ ਘੁੰਗੜੀਆਂ ਦੇ ਲਈਆਂ, ਬੋਲੇ ਨਹੀਂ। ਮਤਲਬ ਨਵਜੋਤ ਸਿੱਧੂ ਦਾ ਵੀ ਜਿਹੜਾ ਤੁਹਾਡੇ ਪੱਖ ਦੇ ਵਿੱਚ ਨਹੀਂ ਭੁਗਤੇ? ਜੀ। ਨਿਵਾਸ਼ਾ ਜੀ, ਕਿਵੇਂ ਦੇਖਦੇ ਹੋ
ਕਾਂਗਰਸ ਪਾਰਟੀ 'ਚ ਤੁਸੀਂ ਲੰਬਾ ਸਮਾਂ ਰਹੇ ਹੋ, ਜੀ ਤੁਸੀਂ ਗਰਾਊਂਡ ਜ਼ੀਰੋ ਦੇ ਉੱਤੇ ਦਾਅਵਾ ਕਰਦੇ ਹੋ ਕਿ ਕੰਮ ਕੀਤਾ ਹੈ ਹਲਕਿਆਂ ਦੇ ਵਿੱਚ। ਤੁਸੀਂ ਆਪਣੇ 7 ਸਾਲ ਇੱਥੇ ਲੋਕਾਂ ਦੇ ਵਿੱਚ, ਅਸੀਂ ਤੁਹਾਡੇ ਹਲਕੇ ਦਾ ਵੀ ਦੌਰਾ ਕਰ ਰਹੇ ਸੀ, ਦੇਖ ਰਹੇ। ਜੀ ਕਾਂਗਰਸ ਪਾਰਟੀ ਤੇ ਬੀਜੇਪੀ 'ਚ ਕੀ ਫਰਕ ਹੈ? ਦੇਖੋ ਜੀ, ਕਾਂਗਰਸ ਦੇ ਵਿੱਚ ਵੀ ਮੈਂ ਕੰਮ ਕੀਤਾ ਹੈ। ਉੱਥੇ ਤੁਹਾਨੂੰ ਜਿਹੜਾ ਹੈ ਕੁਝ ਹੋਰ ਤਰ੍ਹਾਂ ਦਾ ਕਲਚਰ ਹੈ। ਇੱਥੇ ਸੰਗਠਨ ਆਪ ਆ ਕੇ ਤੁਹਾਡੇ ਪਿੱਛੇ ਖੜਾ ਹੋ ਜਾਂਦਾ ਹੈ। ਪਹਿਲਾ ਤੇ ਡਿਫਰੈਂਸ ਮੈਂ ਇਹੀ ਦੇਖਿਆ। ਦੂਸਰਾ, ਇੱਥੇ ਜਿਹੜੇ ਜ਼ਮੀਨ ਦੇ ਨਾਲ ਜੁੜੇ ਹੋਏ ਲੋਕ ਹੈ ਉਹਨਾਂ ਨੂੰ ਫੜ ਕੇ ਅੱਗੇ ਕੀਤਾ ਜਾਂਦਾ ਹੈ ਔਰ ਲੋਕ ਤੁਹਾਡੇ ਆਪਣੇ ਆਪ ਜਾ ਕੇ ਲੋਕਾਂ 'ਚ ਪ੍ਰਚਾਰ ਕਰਦੇ ਆ। ਉੱਥੇ ਤੁਹਾਨੂੰ ਮੋਟੀਵੇਟ ਕਰਨਾ ਪੈਂਦਾ, ਧੜੇਬਾਜ਼ੀਆਂ ਮੈਨੇਜ ਕਰਨੀਆਂ ਪੈਂਦੀਆਂ। ਬਹੁਤ ਕਲੇਸ਼ ਦੀ ਭਰੀ ਹੋਈ ਸਥਿਤੀ ਹੈ ਅੱਜ। ਕਾਂਗਰਸ ਪਾਰਟੀ ਜੋ ਮਰਜ਼ੀ ਕਹਿ ਲੈ, ਜੇ ਹਿੰਦੁਸਤਾਨ ਭਰ ਦੇ ਵਿੱਚ ਇਹਨਾਂ ਦਾ ਪਤਨ ਹੋਇਆ, ਇਹਨਾਂ ਦਾ ਗਿਰਾਵਟ ਆਈ, ਤਾਂ ਉਹਦਾ ਕਾਰਨ ਇਹਨਾਂ ਦੀਆਂ ਆਪਣੀਆਂ ਕਰਤੂਤਾਂ ਨੇ। ਕਹਿੰਦੇ ਕੁਛ ਹੈ, ਕਰਦੇ ਕੁਛ ਹੈ। ਜ਼ਮੀਨੀ ਹਕੀਕਤ ਨਾਲ ਜੁੜੇ ਹੋਏ ਲੋਕਾਂ ਨੂੰ ਪੁੱਛਦੇ ਨਹੀਂ ਹੈਗੇ। ਰਾਹੁਲ ਗਾਂਧੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਪ੍ਰਿਯੰਕਾ ਗਾਂਧੀ ਦੇ ਇਹ ਜਿਹੜੀ ਲੀਡਰਸ਼ਿਪ ਆ ਕਾਂਗਰਸ ਤੇ ਬੀਜੇਪੀ ਦੀ, ਜੀ ਇਸ ਲੀਡਰਸ਼ਿਪ 'ਚ ਕੀ ਦੇਖਿਆ ਤੁਸੀਂ ਜਿਹੜਾ ਤੁਹਾਨੂੰ ਬੀਜੇਪੀ ਵਧੀਆ ਦੇਖੋ, ਲੱਗੀ? ਮੈਂ ਇੱਕ ਗੱਲ ਕਹਾਂਗੀ ਜੀ ਕਿ ਸ਼੍ਰੀ ਨਰਿੰਦਰ ਮੋਦੀ ਜੀ ਇੱਕ ਜ਼ਮੀਨ ਤੋਂ ਉੱਠ ਕੇ ਆਇਆ ਹੋਇਆ, ਇੱਕ ਗਰਾਊਂਡ ਲੈਵਲ ਤੇ ਘਿਸਿਆ ਹੋਇਆ ਲੀਡਰ ਹੈ। ਉਹ ਪਹਿਲੇ ਕਈ ਸੂਬਿਆਂ ਦੇ ਵਿੱਚ ਉਹਨੇ ਕੰਮ ਕੀਤਾ, ਫਿਰ ਵਿਧਾਨ ਸਭਾ ਦੇ ਵਿੱਚ ਪਹੁੰਚੇ ਐਜ਼ ए ਮੁੱਖ ਮੰਤਰੀ ਆਲਸੋ। ਰਾਹੁਲ ਗਾਂਧੀ ਜੀ ਕੋ ਕੀ ਤਜਰਬਾ ਹੈ ਸਿਵਾਏ ਕਿ ਇੰਦਰਾ ਗਾਂਧੀ ਦਾ ਪੋਤਾ ਹੋਣ ਤੋਂ ਇਲਾਵਾ? ਉਹਨਾਂ ਕੋਲ ਤਜਰਬਾ ਕੀ ਹੈਗਾ? ਜੀ ਉਹਦੇ ਹੁਕਮ ਚਲਾਉਂਦਾ ਹੈ ਬੈਠ ਕੇ। ਇਸੇ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਭੈਣ ਹੈ ਪ੍ਰਿਯੰਕਾ ਗਾਂਧੀ, ਦੇਖੋ ਹਿੰਦੁਸਤਾਨ ਦੇ ਵਿੱਚ ਤੁਸੀਂ ਰਾਜਨੀਤੀ ਕਰ ਰਹੇ ਹੈ, ਭਾਰਤ ਦੇ ਵਿੱਚ ਰਾਜਨੀਤੀ ਕਰ ਰਹੇ ਹੈ, ਜਿੱਥੇ ਗੱਲ ਤੁਸੀਂ ਕਹਿੰਦੇ ਤੁਹਾਡੀ ਫੇਵਰੇਟ ਡਿਸ਼ ਕੀ ਹੈ ਜੀ? ਤੁਸੀਂ ਟੁੰਡੇ ਕਬਾਬ। ਟੁੰਡੇ ਕਬਾਬ ਖਾ ਕੇ ਤੂੰ ਸ਼ਾਮ ਨੂੰ ਬਹਿ ਜਾਂਦੀ ਹੈ ਸ਼ਰਿੰਗੀ ਫੜ ਕੇ ਤੇ ਉੱਥੇ ਜਿਹੜਾ ਰੁਦਰ ਅਭਿਸ਼ੇਕ ਕਰਨ ਔਰ ਪੂਜਾ ਕਰਨ ਮੰਦਰਾਂ ਦੇ ਵਿੱਚ। ਸਾਨੂੰ ਕੀ ਪਤਾ ਕਿ ਕੱਲ ਇਹਨੇ ਕੀ ਖਾਦਾ ਸੀ, ਮੀਟ ਖਾਦਾ ਸੀ ਕਿ ਮਾंस ਖਾਦਾ ਸੀ, ਤੇ ਅਗਲੇ ਦਿਨ ਤੂੰ ਮੰਦਰ 'ਚ ਬੈਠੀ ਹੁੰਨੀ ਹੈ। ਸੋ ਇਹਨਾਂ ਨੂੰ ਕੋਈ ਬਹੁਤਾ ਜ਼ਮੀਨ ਦਾ ਪਤਾ ਨਹੀਂ। ਸਿਕਿਉਰਟੀਆਂ 'ਚ ਜ਼ੈਡ ਸਿਕਿਉਰਟੀਆਂ 'ਚ ਰਹੇ ਹੋਏ ਲੋਕ ਹੈ ਇਹ। ਇਹਨਾਂ ਨੂੰ ਕੋਈ ਬਾਹਲਾ ਪਤਾ ਨਹੀਂ ਜ਼ਮੀਨੀ ਹਕੀਕਤ ਦਾ। ਜਦੋਂ ਤੱਕ ਤੁਸੀਂ ਇੱਕ ਗਰਾਊਂਡ ਤੇ ਚੱਲ ਕੇ ਕੰਮ ਨਹੀਂ ਕਰਦੇ, ਇੱਕ ਗਰੀਬ ਜਿਹੜਾ ਹੈ ਉਹ ਆਪਣੀ ਰੋਟੀ ਕਿੱਦਾਂ ਕਮਾਉਂਦਾ ਹੈ, ਕੀ ਉਹਦੀਆਂ ਮਜਬੂਰੀਆਂ, ਪਿੰਡ ਦੇ ਵਿੱਚ ਰਹਿਣ ਵਾਲਾ, ਸ਼ਹਿਰ ਦੇ ਵਿੱਚ ਰਹਿਣ ਵਾਲਾ, ਉਹਨਾਂ ਦੀਆਂ ਜ਼ਰੂਰਤਾਂ ਕੀ ਨੇ, ਜਦੋਂ ਤੱਕ ਤੁਸੀਂ ਆਪ ਉਹਨਾਂ ਨੂੰ ਦੇਖਿਆ ਨਹੀਂ, ਉਹਨਾਂ 'ਚ ਵਿਚਰੇ ਨਹੀਂ, ਉਦੋਂ ਤੱਕ ਤੁਸੀਂ ਉਹਨਾਂ ਦੇ ਸਮਾਧਾਨ ਵੀ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਫੀਲ ਹੀ ਨਹੀਂ ਕਰ ਸਕਦੇ ਉਹਨਾਂ ਦੀਆਂ ਪ੍ਰੋਬਲਮਸ ਨੂੰ। ਤੁਹਾਡਾ ਗੜਸ਼ੰਕਰ ਸੀਟ ਹੈ, ਤੁਹਾਡੀ ਇਲਾਕਾ ਹੈ। ਤੁਸੀਂ ਕਿਹਾ ਹੈ ਵੀ 7 ਸਾਲ ਤੁਸੀਂ ਇੱਥੇ ਕੰਮ ਕੀਤਾ ਹੈ ਗਰਾਊਂਡ ਜ਼ੀਰੋ ਦੇ ਉੱਤੇ। ਕਿਹੜੇ ਕਿਹੜੇ ਕੰਮ ਤੁਸੀਂ ਇੱਥੇ ਕੀਤੇ ਨੇ, ਤਾਂ ਲੋਕਾਂ ਦੀਆਂ ਸਮੱਸਿਆਵਾਂ ਇੱਥੋਂ ਦੀਆਂ ਕੀ ਨੇ, ਇਸ ਹਲਕੇ ਦੇ ਲਈ ਤੁਹਾਡਾ ਵਿਜ਼ਨ ਕੀ ਹੈ? ਮਾਨਸ਼ਾਹੀਆ ਸਾਹਿਬ, ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਕੋਈ ਵਿਧਾਇਕ ਨਹੀਂ ਸੀ, ਮੈਂ ਤਾਂ ਪਿੰਡ ਦੀ ਪੰਚ ਵੀ ਨਹੀਂ ਸੀ। ਫਿਰ ਵੀ ਆਪਣੇ ਉਰੇ ਮੈਂ ਲੋਕਾਂ ਲਈ ਸੰਘਰਸ਼ ਕੀਤਾ। ਛੋਟੇ ਛੋਟੇ ਕੰਮ ਉਹਨਾਂ ਦੇ, ਆਟੇ ਦਾਲ ਦੇ ਕਾਰਡ ਜਿਹੜੇ ਹੈ, ਮੇਰਾ ਏਰੀਆ ਬਹੁਤ ਗਰੀਬ ਹੈ ਔਰ ਮੈਂ ਅੱਗੇ ਵੱਧ ਕੇ ਜਿਹੜੇ ਜੰਗਲਾਂ 'ਚ ਬੈਠੇ ਹੋਏ ਲੋਕ ਵੀ ਹੈ ਉਹਨਾਂ ਲਈ ਵੀ ਆਟੇ ਦਾਲ ਦੇ ਕਾਰਡ ਬਣਵਾ ਕੇ ਦਿੱਤੇ। PM ਦੀ ਜਿਹੜੀ ਸ਼ੁਰੂ ਕੀਤੀ ਹੋਈ ਬੀਮਾ ਯੋਜਨਾ, ਤਾਂ ਕਿ ਉਹਨਾਂ ਨੂੰ ਬੀਮਾ ਯੋਜਨਾ ਮਿਲ ਜਾਏ। ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪਿੰਡਾਂ ਦੇ ਵਿੱਚ ਸਾਡੇ ਪਾਣੀ ਦੀ ਬਹੁਤ ਭਾਰੀ ਸਮੱਸਿਆ। 75 ਸਾਲ ਦੀ ਆਜ਼ਾਦੀ ਦੇ ਬਾਵਜੂਦ ਦੁਨੀਆ ਜਿਹੜੀ 4 ਨੰਬਰਾਂ 'ਤੇ ਘੁੰਮਦੀ ਪਈ ਹੈ, ਤੇ ਸਾਡਾ ਹਲਕਾ ਗੜਸ਼ੰਕਰ ਜਿਹੜਾ ਬਾਲਟੀਆਂ ਤੇ ਘੜੇ ਢੋ ਰਿਹਾ। ਮੇਰੀਆਂ ਭੈਣਾਂ ਅੱਜ ਵੀ ਘੜੇ ਢੋ ਕੇ ਪਾਣੀ ਲੈ ਕੇ ਜਾਂਦੀਆਂ ਔਰ ਇਹ ਸਾਡੇ ਅਹਿਮ ਮੁੱਦੇ ਨੇ। ਸਾਡੇ ਜ਼ਿਮੀਂਦਾਰਾਂ ਦਾ ਹਲਕਾ ਹੈ, ਖੇਤੀ ਪ੍ਰਧਾਨ ਹਲਕਾ ਹੈ ਔਰ ਫਸਲ ਦੇ ਪਾਣੀ ਦਾ ਪੂਰਨ ਪ੍ਰਬੰਧ ਨਹੀਂ ਹੈ। ਨਹਿਰ ਜਿਹੜੀ ਬਣੀ ਉਹਦੇ ਵਿੱਚੋਂ ਅਕਾਲੀ 900 ਕਰੋੜ ਰੁਪਈਆ ਖਾ ਗਏ। ਅਜੇ ਤੱਕ ਗਬਨ ਤਾਂ ਸਮਝ ਨਹੀਂ ਆ ਰਹੀ ਔਰ ਨਹਿਰ ਚੱਲੀ ਨਹੀਂ ਗਈ। ਖੇਤੀਬਾੜੀ ਦੇ ਟਿਊਬਵੈੱਲ ਜ਼ਰੂਰ ਮੈਂ ਮਨਜ਼ੂਰ ਕਰਾਏ ਸੀ ਪਿੰਡਾਂ ਨੂੰ, 70-72 ਦੇ ਕਰੀਬ, ਔਰ ਨਾਲ ਅਨੇਕਾਂ ਪਿੰਡਾਂ ਦੇ ਵਿੱਚ ਮੈਂ ਜਿਹੜਾ ਆਟੇ ਦਾਲ ਦੇ ਕਾਰਡ ਬਣਾਏ, ਪਾਣੀ ਦੀਆਂ ਮੋਟਰਾਂ ਸਪੇਅਰ ਲੈ ਕੇ ਦਿੱਤੀਆਂ। ਮੋਟਰ ਜਲ ਜਾਂਦੀ ਹੈ, 4-4 ਦਿਨ ਮੋਟਰ ਬਦਲਣੀ ਹੁੰਦੀ, ਤੇ ਕਿਉਂਕਿ ਸਪੇਅਰ ਹੁੰਦੀ ਨਹੀਂ ਔਰ ਲੋਕ ਜਿਹੜੇ ਵਿਚਾਰੇ 1.5 ਕਿਲੋਮੀਟਰ ਤੋਂ ਲੇਡੀਜ਼ ਜਾ ਕੇ ਮੋਟਰਾਂ ਤੋਂ, ਜ਼ਿਮੀਂਦਾਰਾਂ ਦੀਆਂ ਤੋਂ ਪਾਣੀ ਲੈ ਕੇ ਆਉਂਦੀਆਂ, ਤਾਂ ਬੜਾ ਕਠਿਨਾਈ ਵਾਲੀ ਸਥਿਤੀ ਹੈਗੀ ਆ। ਇਸ ਹਲਕੇ ਦੇ ਵਿੱਚ ਪੁਰਾਣਾ ਜਿਹੜਾ ਪਿਛੋਕੜ ਹੈ, ਜ਼ਿਆਦਾਤਰ ਇੱਥੇ ਅਕਾਲੀ ਦਲ ਦਾ ਦਬਦਬਾ ਰਿਹਾ ਜਾਂ ਕਾਂਗਰਸ ਪਾਰਟੀ ਦਾ? ਦੇਖੋ, ਇਸ ਹਲਕੇ ਦੇ ਵਿੱਚ ਕਿਸੇ ਵੀ ਪਾਰਟੀ ਦਾ ਬਹੁਤਾ ਚਿਰ ਦਬਦਬਾ ਨਹੀਂ ਰਿਹਾ ਹੈਗਾ। ਕੁਛ ਚਿਰ ਇੱਥੋਂ BJP ਦੇ ਲੋਕ ਇਲੈਕਸ਼ਨ ਲੜਦੇ ਰਹੇ ਹੈ, ਕੁਛ ਚਿਰ ਇੱਥੇ BSP ਵੀ ਜਿੱਤੀ ਹੈ, ਕੁਛ ਚਿਰ ਇੱਥੇ ਲਾਲ ਝੰਡਾ ਵੀ ਜਿੱਤਿਆ, ਕੁਛ ਚਿਰ ਕਾਂਗਰਸ ਵੀ ਜਿੱਤੀ, ਕੁਛ ਚਿਰ ਇੱਥੇ ਅਕਾਲੀ ਵੀ ਜਿੱਤੇ ਆ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ BJP ਕੋਲ ਸਿਰਫ 2.5 ਸਾਲ ਸੀ ਇੱਥੇ, ਉਹ ਵੀ ਆਪੋਜੀਸ਼ਨ 'ਚ ਰਹੇ ਉਹ, ਤੇ ਕੋਈ ਖਾਸ ਪਰਫਾਰਮੈਂਸ ਉਹ ਨਹੀਂ ਕਰ ਪਾਏ। ਪਰ 10 ਸਾਲ ਲਗਾਤਾਰ ਅਕਾਲੀ ਦਲ ਦਾ ਰਾਜ ਰਿਹਾ
ਔਰ 10 ਸਾਲਾਂ ਦੇ ਵਿੱਚ ਕਿਉਂਕਿ ਜਿਹੜਾ ਅਕਾਲੀ ਦਲ ਦਾ ਨੁਮਾਇੰਦਾ ਹੈ ਉਹ ਆਈ ਥਿੰਕ ਹੀ ਇਜ਼ ਪੰਜਵੀਂ ਫੇਲ, ਮੈਂ ਕਹਿਣਾ ਤਾਂ ਨਹੀਂ ਚਾਹੁੰਦੀ, ਮਾਫ ਕਰਨਾ, ਪਰ ਉਹਨਾਂ ਦੀ ਕੋਈ ਵਿਜ਼ਨ ਨਹੀਂ ਰਹੀ ਹਲਕੇ ਦੇ ਲਈ। ਜੋ ਪ੍ਰੋਜੈਕਟਸ ਆਏ ਹਲਕੇ ਨੂੰ, ਉਹਨਾਂ ਪ੍ਰੋਜੈਕਟਸ ਨੂੰ ਅੱਗੇ ਜਾ ਕੇ ਤੁਸੀਂ ਮਤਲਬ ਇੱਕ ਗਲੀਆਂ ਨਾਲੀਆਂ ਦਾ ਕੰਮ ਹੀ ਹੈ ਲੈ ਲਓ, ਵੀ ਉੱਥੇ ਜਾ ਕੇ ਤੁਸੀਂ ਇੱਕ ਫੀਤਾ ਕੱਟ ਕੇ ਆ ਜਾਓ, ਬਰਫੀ ਖਾ ਕੇ ਆ ਜਾਓ, ਇਹ ਕੋਈ ਮੇਰੇ ਹਿਸਾਬ ਨਾਲ ਅਚੀਵਮੈਂਟ ਨਹੀਂ ਹੈਗੀ। ਸਾਡੇ ਹਿਮਾਚਲ ਪ੍ਰਦੇਸ਼ ਨੂੰ ਐਡਾ ਵੱਡਾ ਪੈਕੇਜ ਮਿਲਿਆ ਹੋਇਆ ਇੰਡਸਟਰੀ ਦਾ, ਔਰ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੰਡਸਟਰੀ ਮਿਨਿਸਟਰ ਹੁੰਦਿਆਂ ਦਿੱਤਾ। ਪਹਿਲੇ ਤਾਂ ਤੂੰ ਪੰਜਾਬ ਦਾ ਪੁੱਤ ਸੀ, ਸਾਡੇ ਪੰਜਾਬ ਦੇ ਨਾਲ ਹੀ ਵਿਤਕਰਾ ਕਰ ਗਿਆ। ਇਹੋ ਜਿਹੀ ਮੇਰੀ ਮਨਸ਼ਾ ਹੈਗੀ ਕਿ ਆਪਣੇ ਇਲਾਕੇ ਨੂੰ ਉਹ ਜਿਹਾ ਪੈਕੇਜ ਲੈ ਕੇ ਆਂਦਾ ਜਾਵੇ, ਇੱਥੇ ਰੋਜ਼ਗਾਰ ਦੇ ਸਾਧਨ ਬਣਨ, ਬੇਰੋਜ਼ਗਾਰੀ ਖਤਮ ਹੋਵੇ, ਪੀਣ ਦੇ ਪਾਣੀ ਦਾ ਪ੍ਰਬੰਧ, ਫਸਲ ਦੇ ਪਾਣੀ ਦਾ ਪ੍ਰਬੰਧ ਕਰਨ ਦੀ ਲੋੜ ਬਹੁਤ ਹੈਗੀ ਆ। ਔਰ ਇਹਨੂੰ ਜਦ ਤੱਕ ਮੁਕੰਮਲ ਨਹੀਂ ਕਰ ਲੈਂਦੀ ਮੈਂ ਟਿੱਕੇ ਨਹੀਂ ਬੈਠੂੰਗੀ। ਵੈਸੇ ਜੀ ਇੱਥੇ ਜੈ ਕ੍ਰਿਸ਼ਨ ਰੋੜੀ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਪਿਛਲੇ 5 ਸਾਲ ਦੇ ਵਿੱਚ ਜੀ, ਉਹ ਹਲਕੇ ਲਈ ਉਹਨਾਂ ਦਾ ਕੀ ਯੋਗਦਾਨ ਰਿਹਾ? ਆਉਂਦੇ ਹਲਕੇ 'ਚ ਵਿਚਰਦੇ ਰਹੇ, ਚਾਹੇ ਉਹਨਾਂ ਦੀ ਸਰਕਾਰ ਸੀ ਜਾਂ ਨਹੀਂ ਸੀ, ਕਿਸ ਤਰ੍ਹਾਂ ਦਾ ਉਹਨਾਂ ਦਾ ਰਿਹਾ ਇੱਥੋਂ ਦੀ, ਲੋਕ ਕੀ ਸੋਚਦੇ ਨੇ? ਦੇਖੋ ਜੀ ਇੱਦਾਂ ਹੈ, ਜੈ ਕ੍ਰਿਸ਼ਨ ਸਿੰਘ ਰੋੜੀ ਜੀ ਜਿਹੜੇ ਹੈ ਇੱਕ ਆਮ ਆਦਮੀ ਪਾਰਟੀ ਦੀ ਹਵਾ ਆਈ, ਉਹ ਜਿੱਤ ਗਏ। ਪਰ ਮੈਂ ਤੁਹਾਨੂੰ ਦਰਜਨਾਂ ਪਿੰਡ ਦੱਸ ਸਕਦੀ ਹਾਂ ਜਿੱਥੇ ਜਿੱਤਣ ਤੋਂ ਬਾਅਦ ਇਸ ਬੰਦੇ ਨੇ ਅੱਜ ਤੱਕ ਫੇਰਾ ਵੀ ਨਹੀਂ ਮਾਰਿਆ, ਔਰ ਹੁਣ ਕਿਉਂਕਿ ਵੋਟਾਂ ਆ ਗਈਆਂ ਤੇ ਕੁੰਡੇ ਖੜਕਾਉਂਦਾ ਫਿਰਦਾ ਹੈ ਔਰ ਪਿੰਡਾਂ 'ਚ ਗਿਆ ਹੀ ਨਹੀਂ। ਔਰ ਮੈਂ ਜੇਕਰ ਕੋਈ ਮੈਂਬਰ ਪੰਚਾਇਤ ਵੀ ਨਾ ਹੋ ਕੇ ਲੋਕਾਂ ਦੇ ਕੰਮ ਕਰ ਸਕਦੀ ਸੀ, ਮੈਂ ਕਿਸੇ ਨੂੰ ਬਹਾਨਾ ਨਹੀਂ ਪਾਇਆ ਕਿ ਮੈਂ ਜੀ ਜਿਹੜਾ ਇੱਥੇ ਮੇਰੇ ਕੋਲ ਤਾਕਤ ਨਹੀਂ ਹੈ, ਮੈਂ ਪਹਿਲੇ ਮੇਰੇ ਕੋਲ ਕੋਈ ਸੰਵਿਧਾਨਿਕ ਅਹੁਦਾ ਦਿਓ ਮੈਂ ਫਿਰ ਕੰਮ ਕਰੂੰਗੀ। ਮੈਂ ਲੋਕਾਂ ਦੇ ਟਾਇਲਟਸ ਬਣਵਾਏ ਆ, ਮੈਂ ਕਾਰਡ ਬਣਵਾਏ ਆ, ਮੋਟਰਾਂ ਦਿੱਤੀਆਂ, ਨਵੀਆਂ ਪਾਣੀ ਦੀਆਂ ਸਕੀਮਾਂ ਪਾਸ ਕਰਾਈਆਂ, ਪਿੰਡਾਂ ਨੂੰ ਸਮਾਧਾਨ ਕੀਤੇ ਆ। ਮੈਂ ਤਾਂ ਕੁਝ ਵੀ ਨਹੀਂ ਸੀ, ਇਹ ਤਾਂ ਬੈਠਾ ਹੋਇਆ ਇੱਕ ਵਿਧਾਇਕ ਸੀ, ਜਿੱਤਿਆ ਹੋਇਆ ਵਿਧਾਇਕ, ਜਿਹਦੇ ਪਿੱਛੇ ਕੋਈ 40-42 ਹਜ਼ਾਰ ਵੋਟ ਬੋਲਦੀ ਸੀ। ਇੱਕ ਵਿਧਾਇਕ ਦੇ ਕੋਲ ਪਾਵਰ ਹੁੰਦੀ ਹੈ। ਔਰ ਮੈਂ ਵੀ ਸਿਆਸੀ ਗਲਿਆਰਿਆਂ 'ਚ ਘੁੰਮਦੀ ਹਾਂ, ਦੇਖਿਆ ਉੱਥੇ ਕੋਈ ਮੰਤਰੀ ਜਿਹੜੇ ਹੈ ਕਿਸੇ ਨੂੰ, ਚਾਹੇ ਦੂਜੀ ਧਿਰ ਦਾ ਐਮਐਲਏ ਵੀ ਆ ਜਾਏ, ਓਬਲਾਈਜ ਜ਼ਰੂਰ ਕਰਦੇ ਆ, ਕੰਮ ਜ਼ਰੂਰ ਕਰਦੇ ਆ, ਪਰ ਕੰਮ ਕਰਨ ਦੀ ਜੇ ਕੋਈ ਕੋਸ਼ਿਸ਼ ਕਰੇ ਤਾਂ ਹੀ ਤਾਂ ਕੰਮ ਹੋਏਗਾ। ਕੰਮ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤਾਂ ਕੰਮਾਂ ਦਾ ਰਿਜ਼ਲਟ ਕੀ ਆਉਣਾ ਸੀ? ਤਾਂ ਪਿੰਡਾਂ 'ਚ ਨਹੀਂ ਗਏ ਜੀ। ਕਹਿੰਦੇ ਆ ਕਿ ਇਸ ਵਾਰੀ ਫੇਰ ਮੌਕਾ ਦਿਓ, ਅਰਵਿੰਦ ਕੇਜਰੀਵਾਲ ਕਹਿੰਦੇ ਨੇ ਇੱਕ ਮੌਕਾ ਮੈਨੂੰ ਦਿਓ। ਅਰਵਿੰਦ ਕੇਜਰੀਵਾਲ ਜੀ ਨੂੰ ਪਹਿਲੀ ਗੱਲ ਤੇ ਪੰਜਾਬ ਬਾਰੇ ਕੀ ਪਤਾ ਹੈ? ਲੁਧਿਆਣੇ ਜਿੱਡਾ ਉਹਦਾ ਦਿੱਲੀ ਹੈਗਾ। ਜਿਹੜਾ ਬੰਦਾ ਆਪਦੇ ਨਿਆਣਿਆਂ ਦੀ ਸਹੁੰ ਖਾ ਕੇ ਮੁੱਕਰ ਗਿਆ कि मैं अपने बच्चों की कसम खाता हूँ, ना मैं किसी से समर्थन लूँगा ना समर्थन दूँगा। ਹੁਣ ਉਹ ਬੰਦਾ ਉੱਥੇ ਦਿੱਲੀ ਦੇ ਵਿੱਚ ਫਿਰ ਉਹਨੇ ਸਮਰਥਨ ਲੈ ਵੀ ਲਿਆ। ਸੋ ਕਹਿਣ ਦਾ ਮੇਰਾ ਭਾਵ ਜਿਹੜਾ ਆਪਦੇ ਨਿਆਣਿਆਂ ਦੀ ਸਹੁੰ ਖਾ ਕੇ ਮੁੱਕਰ ਸਕਦਾ, ਉਹਦੀ ਪਰਫਾਰਮੈਂਸ ਕੀ ਹੋਣੀ ਹੈ? ਕਿੰਨਾ ਕੁ ਉਹਨੇ 1000 ਰੁਪਇਆ ਉੱਥੇ ਲੇਡੀਜ਼ ਦੇ ਅਕਾਊਂਟਸ ਦੇ ਵਿੱਚ ਪਾਇਆ ਜਿਹੜਾ ਇੱਥੇ ਵਾਅਦਾ ਕਰੀ ਫਿਰਦੇ ਆ। ਫਿਰ ਇਹਨਾਂ ਦਾ ਜਿਹੜਾ ਇਹ ਪੜਪੰਜ ਹੈ ਫਾਰਮ ਭਰਨ ਦਾ, ਇਹ ਸਿਰਫ ਤੇ ਸਿਰਫ ਆਪਣੇ ਨੁਮਾਇੰਦਿਆਂ ਤੋਂ ਫੋਨ ਕਰਾਉਂਦੇ ਨੇ, ਜਿਹੜੇ ਉਹਨਾਂ ਦੇ ਸਟਾਫ ਤੋਂ ਪਿੰਡਾਂ ਦੇ ਵਿੱਚ, ਕਿ ਬੀਬੀਆਂ ਆ ਕੇ ਬੈਠ ਜਾਣ ਸਭਾ ਦੇ ਵਿੱਚ ਤੇ ਉਹਦੇ ਨਾਲ ਆਪਣੀ ਸਭਾ ਬਣਾਉਂਦੇ ਆ। ਇਹਨਾਂ ਨੂੰ ਕੋਈ ਲੋਕ ਦੇਖਣ ਨਹੀਂ ਆਉਂਦੇ। ਉਹ 1000 ਰੁਪਏ ਦੀ ਮੋਟੀਵੇਸ਼ਨ ਜਿਹੜੀ ਹੈ ਕਿ ਸ਼ਾਇਦ ਟੱਕਰ ਜੇ, ਉਹ ਲੋਕਾਂ ਨੂੰ ਪ੍ਰੈਸ਼ਰ ਪਾਉਂਦੇ ਫੋਨ ਕਰ ਕਰਕੇ। ਇੱਕ ਡਾਟਾ ਕਲੈਕਸ਼ਨ ਦਾ ਸਿਸਟਮ ਹੈਗਾ ਇਹਨਾਂ ਦਾ। ਅੱਛਾ ਜੀ, ਉਹ ਕਹਿੰਦੇ ਦਿੱਲੀ ਮਾਡਲ ਅਸੀਂ ਪੰਜਾਬ 'ਚ ਲਾਗੂ ਕਰਾਂਗੇ ਜੀ। ਉਧਰੋਂ ਨਵਜੋਤ ਸਿੱਧੂ ਕਹਿੰਦੇ ਆ ਮੇਰੇ ਕੋਲ ਪੰਜਾਬ ਮਾਡਲ ਹੈ, ਮੈਨੂੰ ਮੁੱਖ ਮੰਤਰੀ ਬਣਾ ਦਿਓ ਜੀ, ਮੈਂ ਪੰਜਾਬ ਨੂੰ ਬਦਲ ਦੂੰਗਾ। ਇਹ ਮਾਡਲਾਂ ਦੇ ਪਿੱਛੇ ਜਾਂ ਉਹਨਾਂ ਦੀਆਂ ਗਰੰਟੀਆਂ ਦੇ ਪਿੱਛੇ ਕੀ ਸਮਝਦੇ ਹੋ ਤੁਸੀਂ? ਦੇਖੋ ਜੀ, ਇਹ ਮਾਡਲ ਤਾਂ ਕਈ ਚੁੱਕੀ ਫਿਰਦੇ ਆ, ਪਰ ਗੱਲ ਤਾਂ ਇਹ ਹੈ ਕਿ ਜਨਤਾ ਨੇ ਕਿਹੜਾ ਮਾਡਲ ਕੱਢਣਾ ਹੈ। ਇਸ ਵੇਲੇ ਨਾ ਤਾਂ ਝਾੜੂ ਦੀ ਸਰਕਾਰ ਬਣਦੀ ਹੈ, ਨਾ ਇੱਥੇ ਕਾਂਗਰਸ ਦੀ ਸਰਕਾਰ ਬਣਦੀ ਪਈ ਹੈ, ਤੇ ਨਾ ਹੀ ਅਕਾਲੀ ਦਲ ਦੀ ਸਰਕਾਰ ਬਣਦੀ ਪਈ ਹੈ। ਇਹ ਤਾਂ ਰਲਿਆ ਮਿਲਿਆ ਕੰਮ ਆਉਣਾ ਹੈ ਤੇ ਚਾਬੀ ਜਿਹੜੀ ਹੈ ਮੋਦੀ ਜੀ ਦੇ ਹੱਥ ਹੋਣੀ ਹੈ। ਇੱਥੇ ਤੁਸੀਂ ਦੇਖ ਲਈਓ, ਇਹੀ ਗੱਲ ਤੁਹਾਡੇ ਸਾਹਮਣੇ ਆਏਗੀ। ਇਸ ਵੇਲੇ ਲੋਕ ਜਿਹੜੇ ਕਿਸੇ ਵੀ ਪਾਰਟੀ ਤੋਂ ਇਹਨਾਂ ਤੋਂ ਸੈਟੀਸਫਾਈਡ ਨਹੀਂ ਹੈ। ਔਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਸ ਵੇਲੇ ਸ਼ਹਿਰਾਂ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਪੂਰਨ ਤੌਰ ਤੇ ਬਣਿਆ ਹੋਇਆ ਹੈ। ਸ਼ਹਿਰੀ ਲੋਕ ਜਿਹੜੇ ਹੈ ਉਹ ਮੋਦੀ ਜੀ ਨੂੰ ਚਾਹੁੰਦੇ ਹੈ, ਔਰ ਜਿਹੜਾ ਭਾਜਪਾ ਨੂੰ ਚਾਹੁੰਦੇ ਹੈ। ਉਹਨਾਂ ਦਾ ਝੁਕਾਅ ਹੈਗਾ ਉਧਰਲੇ ਪਾਸੇ, ਤੇ ਲੋਕ ਉਹਨਾਂ ਦੇ ਨਾਮ ਤੇ, ਕੇਂਦਰ ਸਰਕਾਰ ਦੇ ਨਾਮ ਤੇ ਵੋਟਾਂ ਪਾਉਣਗੇ। ਜਾਂ ਤਾਂ ਇੱਥੇ ਜੋੜ ਤੋੜ ਦੀ ਸਰਕਾਰ ਬਣੂਗੀ। ਤੁਸੀਂ ਦੇਖੋ ਹਰਿਆਣੇ ਦੇ ਵਿੱਚ ਕਿਸੇ ਨੂੰ ਉਮੀਦ ਨਹੀਂ ਸੀ ਉਦੋਂ ਕਿ ਇੱਕ ਭਾਜਪਾ ਦੀ ਸਰਕਾਰ ਉੱਥੇ ਬਣ ਜਾਏਗੀ, ਔਰ ਕਿੱਦਾਂ ਉੱਥੇ ਭਾਜਪਾ ਦੀ ਸਰਕਾਰ ਬਣੀ। ਔਰ ਇੱਕ ਬੜੇ ਹੀ ਸਧਾਰਨ ਪਰਿਵਾਰ ਦਾ ਬੰਦਾ ਜਿਹੜਾ ਇੱਕ ਪੁਰਾਣੇ ਸਿਸਟਮ 'ਚ ਤਾਂ ਚੱਲਿਆ ਆ ਰਿਹਾ ਸੀਗਾ, ਉਹਨੂੰ ਖੱਟੜ ਸਾਹਿਬ ਨੂੰ ਇਹਨਾਂ ਨੇ ਮੁੱਖ ਮੰਤਰੀ ਬਣਾਇਆ। ਅੱਜ ਜਿਹੜੇ ਵਿਜ ਸਾਹਿਬ ਉੱਥੇ ਹੋਮ ਮਿਨਿਸਟਰ ਬਣੇ ਹੋਏ ਆ, ਤੁਸੀਂ ਦੇਖੋ ਉਹਨਾਂ ਦੀ ਕਾਰਗੁਜ਼ਾਰੀ ਕਿੱਦਾਂ ਦੀ ਹੈ। ਕਮ ਸੇ ਕਮ ਬੰਦਾ ਲੋਕਾਂ ਨੂੰ ਇਨਸਾਫ ਤਾਂ ਦੇ ਰਿਹਾ। ਔਰ ਇਹ ਲੋਕ ਜਿਹੜੇ ਆ, ਇਹ ਤਾਂ ਰਾਜਾਸ਼ਾਹੀ
ਔਰ ਵੱਡੇ ਵੱਡੇ ਰਸੂਖ ਵੱਡੇ ਵੱਡੇ ਮਤਲਬ ਚੀਜ਼ਾਂ ਸ਼ੋਅ ਕਰਕੇ ਆਪਣਾ ਰਾਜ ਭਾਗ ਬਣਾਉਣਾ ਚਾਹੁੰਦੇ। ਇਹਦਾ ਰਾਜ ਭਾਗ ਨਹੀਂ ਬਣਦੇ ਹੁੰਦੇ। ਅੱਛਾ ਜੀ, ਕਾਂਗਰਸ ਪਾਰਟੀ ਦੀ 5 ਸਾਲ ਸਰਕਾਰ ਰਹੀ ਜੀ, ਕਰ ਨੌਕਰੀ ਦਾ ਵਾਅਦਾ ਸੀ, ਕਰਜ਼ਾ ਕੁਰਕੀ ਖਤਮ ਕਰਨ ਦਾ ਵਾਅਦਾ ਸੀ। ਕੀ ਤੁਸੀਂ ਇਸ ਕਰਕੇ ਵੀ ਇਹਨਾਂ ਦੀਆਂ ਨੀਤੀਆਂ ਤੋਂ ਫੈਡ ਅਪ ਤਾਂ ਨਹੀਂ ਸੀ ਵੀ ਇਹ ਪੂਰਾ ਨਹੀਂ ਕਰ ਸਕੇ? ਦੇਖੋ, ਮੈਂ ਇਹਨਾਂ ਦੀ ਕਿਸੇ ਨੀਤੀ ਦੀ ਉੱਤੇ ਕੋਈ ਟੀਕਾ ਟਿੱਪਣੀ ਨਹੀਂ ਕਰਦੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜਾ ਕੰਮ ਕਰਨ ਵਾਲਾ ਇਨਸਾਨ ਹੈ ਉਹਨੇ ਕੰਮ ਹੀ ਕਰਨਾ ਹੈ। ਮੈਂ ਉੱਧਰ ਵੀ ਸੀਗੀ ਤਾਂ ਮੈਂ ਕੰਮ ਹੀ ਕਰਦੀ ਸੀ, ਔਰ ਇੱਧਰ ਵੀ ਆਈ ਹਾਂ ਤਾਂ ਮੈਂ ਕੰਮ ਹੀ ਕਰਨਾ ਹੈ। ਔਰ ਕਾਂਗਰਸ ਪਾਰਟੀ ਜਿਹੜੀ ਹੈ, ਅੱਜ ਜਿਹੜਾ ਕੈਂਡੀਡੇਟ ਇਹਨਾਂ ਨੇ ਲਾਇਆ ਗੜ੍ਹਸ਼ੰਕਰ ਦੇ ਵਿੱਚ, ਉਹ ਬੜਾ ਨਖਿੱਧ ਲਾਇਆ। ਉਹ ਕਿਸੇ ਦਾ ਫੋਨ ਯੂਥ ਕਾਂਗਰਸ ਦਾ ਪ੍ਰਧਾਨ ਬਣ ਕੇ ਨਹੀਂ ਚੁੱਕਦਾ ਰਿਹਾ, ਤੇ ਹੁਣ ਉਹ ਕੀ ਕਿਸੇ ਨੂੰ ਐਂਟਰਟੇਨ ਕਰੇਗਾ ਜੇ ਗਲਤੀ ਨਾਲ ਵੀ ਬਣ ਗਿਆ। ਔਰ ਲੋਕ ਉਹਨੂੰ ਕੋਈ ਮੂੰਹ ਨਹੀਂ ਲਗਾ ਰਹੇ। ਔਰ ਜਿੱਥੇ ਤੱਕ ਕਾਂਗਰਸ ਦੀ ਨੀਤੀਆਂ ਦੀ ਗੱਲ ਹੈਗੀ ਹੈ, ਮੈਂ ਕਹਿਣਾ ਚਾਹਾਂਗੀ ਕਿ ਜੇ ਕਰਜ਼ਾ ਮਾਫੀ ਦਾ ਕੰਮ ਕੀਤਾ ਤਾਂ ਉਹਦੇ ਵਿੱਚ ਵੀ 13% ਵਿਆਜ ਅੱਜ ਚਾਰਜ ਕੀਤਾ ਜਾ ਰਿਹਾ ਹੈ। ਕਿਉਂਕਿ ਮੈਂ ਪਿੰਡਾਂ ਦੇ ਵਿੱਚ ਚੈੱਕ ਵੰਡਦੀ ਸੀਗੀ, ਮੇਰੇ ਸਾਹਮਣੇ ਗੱਲ ਆਉਂਦੀ ਸੀਗੀ, ਔਰ ਜਦ ਕਿ ਵਿਆਜ ਲਿਆ ਨਹੀਂ ਜਾ ਸਕਦਾ। ਔਰ 13% ਵਿਆਜ ਇਹਨਾਂ ਦੇ ਸੈਕਟਰੀ ਵਸੂਲਦੇ ਰਹੇ ਆ, ਜਿਹੜਾ ਮੈਂ ਆਪ ਲੋਕਾਂ ਨੂੰ ਰੋਕ ਲਗਾਈ ਹੈ। ਠੀਕ, ਬਹੁਤ ਸਾਰੀਆਂ ਚੀਜ਼ਾਂ ਆਪਾਂ ਵਾਅਦੇ ਕਰ ਲੈਂਦੇ ਆ ਪਰ ਉਹ ਪੂਰੇ ਨਹੀਂ ਹੁੰਦੇ। ਪਰ ਗੱਲ ਤਾਂ ਇਹ ਹੈ ਕਿ ਜੋ ਸਿਸਟਮ 'ਚ ਚੀਜ਼ਾਂ ਅਵੇਲੇਬਲ ਹੋਣ ਉਹ ਤੁਸੀਂ ਆਪਣੇ ਲੋਕਾਂ ਤੱਕ ਜ਼ਰੂਰ ਪਹੁੰਚਾਓ। ਔਰ ਜੇ ਤੁਸੀਂ ਉਹ ਪਹੁੰਚਾਉਣ ਦੀ ਮਨਸ਼ਾ ਨਹੀਂ ਰੱਖਦੇ ਤਾਂ ਫਿਰ ਪੈਕੇਜ ਤਾਂ ਜਿੱਡਾ ਮਰਜ਼ੀ ਵੱਡਾ ਹੋਵੇ ਕਹੀ ਜਾਓ ਕਿ ਅਸੀਂ ਅਸਮਾਨ ਤੋਂ ਤਾਰੇ ਵੀ ਤੋੜ ਦਾਂਗੇ। ਪਰ ਗੱਲ ਤਾਂ ਇਹ ਹੈ ਕਿ ਤੋੜਨ ਵਾਲਾ ਚਾਹੀਦਾ ਹੈ। ਅੱਛਾ ਜੀ, ਮੋਦੀ ਸਾਹਿਬ ਤੋਂ ਪੰਜਾਬ ਲਈ ਤੁਸੀਂ ਕੀ ਸੋਚਦੇ ਹੋ? ਪੰਜਾਬ ਦੇ ਸਰ ਇੰਨਾ ਕਰਜ਼ਾ ਹੈ, ਕਰਜ਼ੇ ਦੀ ਜਾਲ ਵਿੱਚ ਪੰਜਾਬ ਫਸਿਆ, ਆਰਥਿਕ ਪੈਕੇਜ ਕਦੇ ਕੋਈ ਮਿਲਿਆ ਨਹੀਂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮੁੱਦਾ ਹੈ, ਕਿਸਾਨ ਅੰਦੋਲਨ ਵੀ ਚੱਲਦਾ ਰਿਹਾ। ਪੰਜਾਬ ਨੂੰ ਕੀ ਦੇ ਸਕਦੀ ਹੈ ਬੀਜੇਪੀ? ਤੁਹਾਨੂੰ ਲੱਗਦਾ ਵੀ ਕੁਛ ਨਾ ਕੁਛ ਮਿਲ ਸਕਦਾ? ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਕਹਾਂਗੀ ਕਿ ਜੇ ਅੱਜ ਪੰਜਾਬ ਦਾ ਕਰਜ਼ਾ ਵਧਿਆ ਤੇ ਜੇ ਉਹਦੀ ਕਰਜ਼ਾ ਮਾਫੀ ਕਰਨ ਦੀ ਸਮਰੱਥਾ ਹੈਗੀ ਹੈ ਤਾਂ ਉਹ ਕੇਂਦਰ ਦੀ ਸਰਕਾਰ ਦੇ ਵਿੱਚ ਹੀ ਹੈ। ਕੋਈ ਤੀਜਾ ਬੰਦਾ ਆ ਕੇ ਸਾਡੀ ਕਰਜ਼ਾ ਮਾਫੀ ਜਿਹੜੀ ਨਹੀਂ ਕਰ ਸਕਦਾ। ਪੰਜਾਬੀਆਂ ਨੂੰ ਸਮਝਦਾਰੀ ਦੇ ਨਾਲ ਜਿਹੜਾ ਕੇਂਦਰ ਦੀ ਸਰਕਾਰ ਦੀ ਹੀ ਇੱਥੇ ਡਬਲ ਇੰਜਨ ਦੀ ਸਰਕਾਰ ਸਥਾਪਿਤ ਕਰਨੀ ਚਾਹੀਦੀ ਹੈ ਬੀਜੇਪੀ ਦੀ, ਤਾਂ ਕਿ ਸੈਂਟਰ ਤੋਂ ਪੈਸਾ ਲਿਆ ਕੇ ਇੱਥੇ ਕੰਮ ਚੱਲ ਸਕਣ। ਔਰ ਮੋਦੀ ਜੀ ਹੀ ਹੈਗੇ ਆ ਜਿਹੜੇ ਸਾਨੂੰ ਪੰਜਾਬ ਦੇ ਕੰਢੀ ਏਰੀਆ ਨੂੰ ਵੀ ਪੈਕੇਜ ਦੇ ਸਕਦੇ ਆ। ਸਾਡੀ ਕੰਢੀ ਨੂੰ, ਸਾਡੇ ਬਾਰਡਰ ਨੂੰ ਜੇ ਪੈਕੇਜ ਮਿਲ ਜਾਵੇ ਤਾਂ ਉਹਦੇ ਨਾਲ ਦੀ ਰੀਸ ਨਹੀਂ, ਸਾਡੇ ਅੱਧੇ ਤੋਂ ਜ਼ਿਆਦਾ ਮਸਲੇ ਜਿਹੜੇ ਹੱਲ ਹੋ ਜਾਣਗੇ। ਬੀਜੇਪੀ ਦੀ ਲੀਡਰਸ਼ਿਪ ਤੋਂ ਪੰਜਾਬ 'ਚ ਤੁਹਾਨੂੰ ਸਹਿਯੋਗ ਕਿਸ ਤਰ੍ਹਾਂ ਮਿਲ ਰਿਹਾ? ਤੁਹਾਡੇ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਤੁਸੀਂ ਵਿਚਰਦੇ ਹੋ, ਕਿਤੇ ਉੱਪਰਾ ਤਾਂ ਨਹੀਂ ਸਮਝਦੇ? ਦੇਖੋ ਜੀ, ਮੈਨੂੰ ਨਾ ਤਾਂ ਸੀਨੀਅਰ ਲੀਡਰਸ਼ਿਪ ਨੂੰ ਅਪਰੋਚ ਕਰਨੀ ਪਈ। ਜਿੱਦਾਂ ਆਪਣੇ ਘਰ ਦੇ ਵਿੱਚ ਕੋਈ ਨਵਾਂ ਬੱਚਾ ਆਉਂਦਾ ਹੈ ਤਾਂ ਉਹਦੀ ਦੇਖ ਰੇਖ ਹੁੰਦੀ ਹੈ, ਇਸ ਤਰੀਕੇ ਦੇ ਨਾਲ ਮੈਨੂੰ ਸੀਨੀਅਰ ਲੀਡਰਸ ਨੇ ਵੀ ਔਰ ਇੱਥੇ ਦੀ ਜਿਹੜੀ ਲੋਕਲ ਲੀਡਰਸ਼ਿਪ ਹੈ ਉਹਨਾਂ ਨੇ ਵੀ ਮੈਨੂੰ ਪੁੱਛਿਆ ਤੇ ਮੇਰਾ ਸਾਥ ਦੇ ਰਹੀ ਹੈ। ਤੇ ਮੇਰੇ ਹਿਸਾਬ ਨਾਲ ਪਾਰਟੀ ਕਲਚਰ ਦਾ ਬਹੁਤ ਵਧੀਆ ਹੈ ਤੇ ਬੜਾ ਫਰਕ ਹੈ। ਸਿੱਖਾਂ ਦੇ ਮੁੱਦੇ ਨੇ ਪੰਜਾਬ ਦੇ, ਖਾਸ ਕਰਕੇ ਜਿਵੇਂ ਤੁਸੀਂ ਪੰਜਾਬੀਆਂ NRIs ਦੇ ਵੀ ਮੁੱਦੇ ਨੇ, ਬਹੁਤ ਸਾਰੇ ਮੁੱਦੇ ਨੇ। ਤੁਸੀਂ ਕਿਹੜੇ ਵਿਜ਼ਨ ਹੈ ਤੁਹਾਡੇ ਕੋਲੇ ਵੀ ਕੇਂਦਰ ਤੋਂ ਮੈਂ ਆਹ ਹੱਲ ਕਰਵਾ ਸਕਦੀ ਹਾਂ ਪੰਜਾਬ ਦਾ ਵਕੀਲ ਬਣ ਕੇ ਜਾਂ ਗੜ੍ਹਸ਼ੰਕਰ ਦਾ ਵਕੀਲ ਬਣ ਕੇ? ਦੇਖੋ ਜੀ, ਜਿੱਥੇ ਤੱਕ ਸਿੱਖੀ ਦੇ ਮੁੱਦਿਆਂ ਦੀ ਗੱਲ ਹੈ, ਅੱਜ ਆਲ ਵਰਲਡ ਇਹ ਗੱਲ ਜਾਣਦਾ ਹੈ ਕਿ ਜੇਕਰ ਕਰਤਾਰਪੁਰ ਦਾ ਲਾਂਘਾ ਖੁੱਲਾਇਆ ਤਾਂ ਉਹ ਭਾਰਤ ਸਰਕਾਰ ਤੋਂ ਬਿਨਾਂ, ਮੋਦੀ ਜੀ ਤੋਂ ਬਿਨਾਂ ਨਹੀਂ ਖੁੱਲ੍ਹ ਸਕਦਾ ਸੀ। ਸਾਨੂੰ ਕਿੰਨੇ ਸਾਲ ਹੋ ਗਏ ਅਰਦਾਸਾਂ ਕਰਦਿਆਂ ਕਿ ਜਿਹੜਾ ਉਹਨਾਂ ਸਥਾਨਾਂ ਦੇ ਦਰਸ਼ਨ ਦੀਦਾਰ ਸਾਨੂੰ ਹੋਣ, ਔਰ ਅੱਜ ਉਹ ਗੱਲ ਜੇ ਸਹੀ ਕੀਤੀ ਹੈ, ਉਹਦੇ ਉੱਤੇ ਕੁਝ ਕੰਮ ਕਰਵਾਇਆ ਤਾਂ ਨਰਿੰਦਰ ਮੋਦੀ ਜੀ ਨੇ, ਭਾਜਪਾ ਦੀ ਸਰਕਾਰ ਨੇ, ਕੇਂਦਰ ਨੇ ਕਰਾਇਆ। 84 ਦੇ ਦੰਗੇ ਹੋਏ। ਅੱਜ ਮੈਂ ਕਹਿਣਾ ਚਾਹੁੰਦੀ ਹਾਂ ਕਿ ਉਹਦਾ ਜੇ ਇਨਸਾਫ ਦਿੱਤਾ ਤਾਂ ਉਹ ਨਰਿੰਦਰ ਮੋਦੀ ਜੀ ਨੇ ਦਿੱਤਾ। ਸਰਕਾਰਾਂ ਦਾ ਕੰਮ ਹੁੰਦਾ ਹੈ ਵਕੀਲ ਖੜੇ ਕਰਨਾ। ਜਦ ਤੱਕ ਤੁਸੀਂ ਵਕੀਲ ਹੀ ਨਹੀਂ ਖੜੇ ਕਰਦੇ ਤਾਂ ਉਹ ਮੁੱਦੇ ਤੁਹਾਡੇ ਹੱਲ ਨਹੀਂ ਹੋ ਸਕਦੇ। ਔਰ ਵਕੀਲ ਤਗੜੇ ਖੜੇ ਕੀਤੇ, ਅੱਜ ਉਹਨਾਂ ਮੁੱਦਿਆਂ ਦੇ ਉੱਤੇ ਇਨਸਾਫ ਮਿਲਿਆ ਹੈਗਾ। ਔਰ ਤੀਸਰਾ ਮੈਂ ਕਹਿਣਾ ਚਾਹੂੰਗੀ, ਸਾਡੇ ਸਾਹਿਬਜ਼ਾਦਿਆਂ ਦੇ ਦਿਵਸ ਨੂੰ, ਜਿਹੜਾ ਸ਼ਹੀਦੀ ਦਿਵਸ ਨੂੰ ਜੇ ਬਾਲ ਦਿਵਸ ਡਿਕਲੇਅਰ ਕੀਤਾ, ਉਹ ਵੀ ਮੋਦੀ ਜੀ ਨੇ ਕੀਤਾ। ਸੋ ਔਰ ਲਾਸਟ ਗੱਲ ਜਿਹੜੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਜ਼ਰੂਰ ਜਿਹੜਾ ਕਾਲੇ ਕਾਨੂੰਨ ਖੇਤੀ ਦੇ ਆਏ ਔਰ ਪ੍ਰਧਾਨ ਮੰਤਰੀ ਜੀ ਨੇ ਉਹਦੇ ਉੱਤੇ ਮਾਫੀ ਮੰਗੀ ਹੈ ਆਪ ਆ ਕੇ। ਪ੍ਰਧਾਨ ਮੰਤਰੀ ਨੇ ਕਿਸੇ ਉੱਤੇ ਗੋਲੀ ਨਹੀਂ ਦਾਗੀ ਔਰ ਲੋਕ ਉੱਥੇ ਸੰਘਰਸ਼ ਦੇ ਵਿੱਚ ਬੈਠੇ ਹੋਏ ਜਿਹੜੇ ਆ, ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ, ਸ਼ਹੀਦ ਹੋਏ। ਬੜੇ ਦੁੱਖ ਦੀ ਗੱਲ ਹੈ। ਪਰ ਜਿੱਦਾਂ ਕਾਂਗਰਸ ਪਾਰਟੀ ਨੇ
ਜਿਹੜਾ ਜਲਦੇ ਟਾਇਰ ਲੋਕਾਂ ਦੇ ਗਲਾਂ ਦੇ ਵਿੱਚ ਪਵਾਏ ਸੀਗੇ, ਉਹਨਾਂ ਦੇ ਨੇਤਾਵਾਂ ਨੇ ਪਵਾਏ ਸੀਗੇ, ਉਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਨੇ ਕਿਸੇ ਦੇ ਸੋਟੀ ਵੀ ਨਹੀਂ ਮਾਰੀ। ਉੱਥੇ ਬੈਠੇ ਸੀ ਲੋਕ, ਆਪਣੀ ਮਰਜ਼ੀ ਨਾਲ ਉਹ ਕਰ ਰਹੇ ਸੀਗੇ ਆਪਣਾ ਜਿਹੜਾ ਐਜੀਟੇਸ਼ਨ, ਤੇ ਉਹਨਾਂ ਨੇ ਕਿਸੇ ਤੇ ਗੋਲੀ ਨਹੀਂ ਗੀ ਦਾਗੀ। ਅੱਛਾ ਜੀ, ਤੁਹਾਡੇ ਕੰਢੀ ਏਰੀਆ ਲੋਕ ਕਿਸਾਨਾਂ ਦੀਆਂ ਸਮੱਸਿਆਵਾਂ ਨੇ, ਛੋਟੇ ਛੋਟੇ ਪਿੰਡ ਨੇ, ਬੇਰੁਜ਼ਗਾਰੀ ਹੈ, ਇੱਥੇ ਕੋਈ ਫੈਕਟਰੀ ਨਹੀਂ, ਕੋਈ ਦਿੰਦਾ ਕੋਈ ਵੱਡਾ ਪ੍ਰੋਜੈਕਟ ਨਹੀਂ ਹੈ। ਇਹਨਾਂ ਲੋਕਾਂ ਨੂੰ, ਬੜੇ ਭੋਲੇ ਭਾਲੇ ਲੋਕ ਨੇ ਤੁਹਾਡੇ ਹਲਕੇ ਦੇ, ਮੈਂ ਕਈ ਪਿੰਡਾਂ 'ਚ ਗਿਆ ਤੇ ਜ਼ਿਆਦਾਤਰ ਔਰਤਾਂ ਹੀ ਕੰਮ ਕਰਦੀਆਂ ਦਿਖਾਈ ਦਿੰਦੀਆਂ ਨੇ ਇੱਥੇ, ਤੇ ਇਹਨਾਂ ਲੋਕਾਂ ਦੇ ਲਈ ਕੀ ਪੈਕੇਜ ਦੀ ਇੱਥੇ ਕੀ ਚਾਹੀਦਾ ਤੁਹਾਨੂੰ? ਇੰਡਸਟਰੀ ਲੱਗਣੀ ਚਾਹੀਦੀ ਹੈ ਜਾਂ ਮਹਾਰਾਜ ਭਲੀ ਕਰੇ, ਮੇਰੇ ਲੋਕ ਮੈਨੂੰ ਆਸ਼ੀਰਵਾਦ ਦੇਣ, ਤੇ ਮੈਂ ਆਪਣੇ ਇਲਾਕੇ ਦੇ ਵਿੱਚ ਕੇਂਦਰ ਦੀ ਸਰਕਾਰ ਤੋਂ ਜਿੱਦਾਂ ਹਿਮਾਚਲ ਦੇ ਵਿੱਚ ਪੈਕੇਜ ਮਿਲਿਆ ਹੋਇਆ ਇੰਡਸਟਰੀ ਦਾ, ਉਸ ਤਰੀਕੇ ਦੇ ਨਾਲ ਇੱਕ ਪੈਕੇਜ ਲੈ ਕੇ ਆਵਾਂਗੀ ਰਾਹਤ ਦਾ, ਤਾਂ ਕਿ ਇੱਥੇ ਇੰਡਸਟਰੀ ਲੱਗੇ, ਇੱਥੇ ਫੈਕਟਰੀਆਂ ਲੱਗਣ, ਔਰ ਮੇਰੇ ਜਿਹੜੇ ਲੜਕੇ ਨੇ ਬੇਰੁਜ਼ਗਾਰ ਉਹਨਾਂ ਨੂੰ ਰੋਜ਼ਗਾਰ ਮਿਲੇ। ਔਰ ਮੇਰੇ ਇਲਾਕੇ ਦੇ ਵਿੱਚੋਂ ਜਿਹੜੀ ਗਰੀਬੀ ਹੈ, ਮੇਰਾ ਮਿਸ਼ਨ ਹੈ ਇਸ ਗਰੀਬੀ ਨੂੰ ਦੂਰ ਕਰਨ ਦਾ, ਔਰ ਆਪਣੇ ਲੋਕਾਂ ਨੂੰ ਜਿਹੜਾ ਮੈਂ ਗਰੀਬੀ ਤੋਂ ਬਾਹਰ ਕੱਢਣਾ ਚਾਹੁੰਦੀ ਹਾਂ, ਗਰੀਬੀ ਚੋਂ ਬਾਹਰ ਕੱਢ ਸਕਾਂ। ਮੈਡਮ, ਕਿਹੜੇ ਕਿਹੜੇ ਪ੍ਰੋਜੈਕਟ ਹੈ ਜਿਹੜੇ ਇਸ ਹਲਕੇ ਨੂੰ ਚਾਹੀਦੇ ਨੇ ਇਹਨਾਂ ਲੋਕਾਂ ਦੇ ਲਈ? ਕਿਉਂਕਿ ਇਹ ਗਰੀਬ ਲੋਕ ਆ, ਇੱਥੇ ਕੋਈ ਰੁਜ਼ਗਾਰ ਦਾ ਸਾਧਨ ਨਹੀਂ, ਖੇਤੀਬਾੜੀ ਦੇ ਉੱਤੇ ਛੋਟੇ ਛੋਟੇ ਜ਼ਮੀਨਾਂ ਦੇ ਹੈਗੇ ਨੇ, ਹਨਾ, ਬੜੇ ਪਾਣੀ ਦੀ ਸਮੱਸਿਆਵਾਂ, ਸੜਕਾਂ ਦੀਆਂ ਸਮੱਸਿਆਵਾਂ ਤਾਂ ਨਾਰਮਲੀ ਦੇਖਣ ਨੂੰ ਮਿਲਦੀਆਂ। ਕੀ ਇਹਨਾਂ ਲੋਕਾਂ ਲਈ ਸੋਚਦੇ ਹੋ ਤੁਸੀਂ, ਕੀ ਕਰਨਾ ਚਾਹੀਦਾ ਤੁਹਾਨੂੰ? ਦੇਖੋ ਜੀ, ਮੇਰਾ ਜਿਹੜਾ ਮਿਸ਼ਨ ਹੈ ਆਪਣੇ ਜਿਹੜਾ ਕੇਂਦਰ ਦੀ ਸਰਕਾਰ ਤੋਂ ਲੈ ਕੇ ਆਉਣ ਦਾ, ਉਹ ਤਾਂ ਹੈਗਾ ਇੰਡਸਟਰੀਅਲ ਪੈਕੇਜ। ਕਿ ਇੰਡਸਟਰੀਅਲ ਪੈਕੇਜ ਆਪਣੀ ਕੰਢੀ ਨੂੰ, ਬੀਟ ਨੂੰ ਲੈ ਕੇ ਆਵਾਂ, ਤੇ ਮੇਰੇ ਲੋਕਾਂ ਨੂੰ ਜਿਹੜਾ ਰੋਜ਼ਗਾਰ ਮਿਲੇ, ਇੱਥੇ ਜਿਹੜੇ ਸਾਡੇ ਲੋਕ ਗਰੀਬ ਬੈਠੇ ਨੇ ਉਹਨਾਂ ਦੀ ਗਰੀਬੀ ਦੂਰ ਕਰੀਏ, ਔਰ ਲੋਕਾਂ ਨੂੰ ਕੰਮ ਮਿਲੇ। ਨਾਲ ਦੇਖੋ ਤੁਸੀਂ, ਅਨੰਦਪੁਰ ਸਾਹਿਬ ਨੂੰ ਜਾਣ ਵਾਲਾ ਮਾਰਗ ਜਿਹੜਾ ਹੈ ਉਹ ਸਾਡੇ ਇੱਥੋਂ ਗੁਜ਼ਰਦਾ ਹੈ। ਬਾਦਲਾਂ ਨੇ ਆਪਣੇ ਘਰ ਨੂੰ ਜਾਣ ਵਾਲੀ, ਬਠਿੰਡੇ ਨੂੰ ਜਾਣ ਵਾਲੀ ਹਰ ਸੜਕ ਨੂੰ 4 ਮਾਰਗੀ ਬਣਾ ਲਿਆ। ਪਰ ਕਿੱਡੇ ਦੁੱਖ ਦੀ ਗੱਲ ਹੈ ਕਿ ਜਿਹੜਾ ਜਿੱਥੋਂ ਸਿੱਖੀ ਸਟਾਰਟ ਹੋਈ ਹੈ, ਜਿਹੜਾ ਗੁਰੂ ਮਹਾਰਾਜ ਦਾ ਘਰ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ, ਉੱਥੇ ਨੂੰ ਜਾਣ ਵਾਲਾ ਰਾਹ 4 ਮਾਰਗੀ ਨਹੀਂ ਕਰਾ ਸਕੇ ਇਹ। ਔਰ ਇਹ ਰਸਤੇ ਨੂੰ 4 ਮਾਰਗੀ ਕਰਾਉਣ ਦਾ ਮੇਰਾ ਇੱਕ ਪੱਕਾ ਨਿਸ਼ਚਾ ਤੇ ਟੀਚਾ ਹੈਗਾ। ਅਸੀਂ ਆਪਣੇ ਇਲਾਕੇ ਦੇ ਵਿੱਚ ਇਹ ਕੰਮ ਕਰਾਂਗੇ, ਔਰ ਨਾਲ ਸ਼੍ਰੀ ਖੁਰਾਲਗੜ੍ਹ ਸਾਹਿਬ, ਸਾਡੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਇੱਕ ਤਪ ਸਥਾਨ ਸਾਡੇ ਹਲਕੇ ਦੇ ਵਿੱਚ ਹੈਗਾ, ਉਹਦੇ ਵਾਸਤੇ ਕਈ 100 ਕਰੋੜ ਰੁਪਇਆ ਸੈਂਟਰ ਤੋਂ ਲਿਆ ਕੇ ਉਹਨੂੰ ਟੂਰਿਜ਼ਮ ਸਪੌਟ ਦੀ ਤਰ੍ਹਾਂ ਅਸੀਂ ਡਿਵੈਲਪ ਕਰਾਂਗੇ। ਲਾਈਕਵਾਈਜ਼ ਸਾਡੇ ਇੱਥੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਿਹੜੇ ਮੋਹਰਾਂ ਵਾਲੀ ਪਿੰਡ ਦੇ ਵਿੱਚ ਨਾਨਕੇ ਪੈਂਦੇ ਆ, ਉਹਦੇ ਵਾਸਤੇ ਸੈਂਟਰ ਤੋਂ ਪੈਸਾ ਲਿਆ ਕੇ ਉਹਨੂੰ ਇੱਕ ਟੂਰਿਜ਼ਮ ਦਾ ਸਪੌਟ ਦੇ ਤੌਰ 'ਤੇ ਅਸੀਂ ਡਿਵੈਲਪ ਕਰਾਂਗੇ। ਸਾਡੇ ਲੋਕ ਗਊ ਸੇਵੀ ਵੀ ਹੈ, ਗਊ ਪ੍ਰੇਮੀ ਵੀ ਹੈ। ਇੱਥੇ 2-250 ਏਕੜ ਦੇ ਵਿੱਚ ਇੱਕ ਜਿਹੜਾ ਗਊਆਂ ਦੇ ਵਾਸਤੇ ਅਸੀਂ ਜਿੱਦਾਂ ਨਾਭੇ ਦੇ ਵਿੱਚ ਗਊ ਸਫਾਰੀ ਬਣੀ ਹੈ, ਇਸੇ ਤਰੀਕੇ ਦੇ ਨਾਲ ਉਰੇ ਬਣਾਵਾਂਗੇ, ਤੇ ਲੋਕ ਜਿਹੜਾ ਇੱਥੇ ਟੂਰਿਜ਼ਮ ਦੇ ਲਈ ਆਉਣਗੇ। ਮੇਰਾ ਜਿਹੜਾ ਮਨਸੂਬਾ ਹੈ ਉਹ ਹਲਕਾ ਗੜ੍ਹਸ਼ੰਕਰ ਨੂੰ ਵਰਲਡ ਦੇ ਨਕਸ਼ੇ 'ਤੇ ਲੈ ਕੇ ਜਾ ਕੇ ਚਮਕਾਉਣ ਦਾ ਹੈ। ਇਹ ਨਹੀਂ ਕਿ ਸਿੰਪਲ ਇੱਕ ਗਲੀਆਂ ਨਾਲੀਆਂ ਤੱਕ ਆਪਣੇ ਲੋਕਾਂ ਨੂੰ ਸੀਮਿਤ ਰੱਖਣਾ। ਇਹ ਸਾਡੇ ਪੈਦਾ ਹੋਣ ਤੋਂ ਪਹਿਲੇ ਵੀ ਬਣੀ ਜਾਂਦੀਆਂ ਸੀਗੀਆਂ, ਔਰ ਮਰਨ ਤੋਂ ਬਾਅਦ ਵੀ ਬਣਦੀਆਂ ਹੀ ਰਹਿਣੀਆਂ। ਨਿਵਾਸ਼ਾ ਜੀ, ਇਹ ਤੁਹਾਡਾ ਏਰੀਆ ਦੇ ਵਿੱਚ ਔਰਤਾਂ, ਥੋੜੀ ਗਰੀਬ ਔਰਤਾਂ ਦਾ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖਿਆ, ਉਹ ਖੇਤੀਬਾੜੀ ਕਰਦੀਆਂ ਨੇ ਜ਼ਿਆਦਾਤਰ, ਹੈ ਨਾ, ਛੋਟੇ ਛੋਟੇ ਕੰਮ ਕਰਦੀਆਂ ਨੇ, ਤੇ ਉਹਨਾਂ ਦੇ ਲਈ ਕੋਈ ਰੁਜ਼ਗਾਰ ਦਾ ਸਾਧਨ ਜਿਹੜੀਆਂ ਔਰਤਾਂ ਦੇ ਲਈ, ਕਿਉਂਕਿ ਤੁਸੀਂ ਉਹ ਤੁਹਾਡੇ ਵੱਲ ਇਹ ਅਸੀਂ ਕਈ ਤੁਹਾਡੇ ਪ੍ਰੋਗਰਾਮ ਕਵਰ ਕੀਤੇ, ਤੁਹਾਡੇ ਵੱਲ ਉਹਨਾਂ ਦੇਖਦੀਆਂ ਨੇ ਵੀ ਇਹ ਕੁੜੀ ਸਾਡੇ ਲਈ ਪੜ੍ਹੀ ਲਿਖੀ ਆਈ ਆ, ਜਾਂ ਇਹ ਕੋਈ ਕਰ ਸਕਦੀ ਹੈ ਕੁਛ ਨਾ ਕੁਛ। ਦੇਖੋ ਜੀ ਮਾਨਸ਼ਾਹੀਆ ਸਾਹਿਬ, ਮੈਂ ਆਪਣੀ ਲੇਡੀਜ਼ ਦੇ ਵਿੱਚ ਜਾਂਦੀ ਹਾਂ, ਔਰ ਮੈਨੂੰ ਬੜੇ ਪਿਆਰ ਨਾਲ ਆਪਣੀ ਭੈਣ ਜਾਂ ਸਹੇਲੀ ਮੰਨ ਕੇ ਵੀ ਮੈਨੂੰ ਆਪਣੇ ਦੁੱਖ ਦੱਸ ਦਿੰਦੀਆਂ। ਤੇ ਬੜੀ ਗੁਰਬਤ ਹੈਗੀ ਸਾਡੇ ਇਲਾਕੇ 'ਚ, ਔਰ ਲੇਡੀਜ਼ ਕੋਲ ਆਪਣੇ ਖਰਚਣ ਜੋਗੇ ਵੀ ਵਿਚਾਰੀਆਂ ਕੋਲ ਪੈਸੇ ਨਹੀਂ ਹੁੰਦੇ। ਤੇ ਮੈਨੂੰ ਇੱਕ ਪਿੰਡ ਮੇਰੇ ਗੁਰੂ ਘਾਗੋ ਹੈਗਾ, ਉੱਥੇ ਦੀਆਂ ਲੇਡੀਜ਼ ਨੇ ਕਿਹਾ ਵੀ ਸਾਨੂੰ, ਅਸੀਂ ਪੈਰਾਂ 'ਤੇ ਆਉਣਾ ਚਾਹੁੰਦੀਆਂ। ਮੈਂ ਕਿਹਾ ਦੱਸੋ ਕੀ ਚਾਹੀਦਾ? ਕਹਿੰਦੀਆਂ ਸਿਲਾਈ ਸੈਂਟਰ ਬਣਾ ਦੇ, ਤੇ ਅਸੀਂ ਲੁਧਿਆਣੇ ਤੋਂ ਮਾਲ ਲਿਆ ਕੇ ਤੇ ਆਪਣਾ ਕੰਮ ਕਰੀ ਜਾਣਾ। ਤੇ ਮੈਂ ਉੱਥੇ 1.25 ਲੱਖ ਰੁਪਇਆ ਆਲਰੇਡੀ ਪੰਚਾਇਤ ਨੂੰ ਦੇ ਚੁੱਕੀ ਹਾਂ ਸਿਲਾਈ ਸੈਂਟਰ ਬਣਾਉਣ ਲਈ। ਇਸੇ ਤਰੀਕੇ ਦੇ ਨਾਲ ਲੰਗੇਰੀ ਦੇ ਵਿੱਚ ਮੇਰੀ ਜਿਹੜੀ ਸਰਪੰਚ ਸਾਹਿਬ ਹੈਗੀ ਹੈ, ਉਹ ਬੜੀ ਵਾਈਜ਼ ਹੈ, ਬਹੁਤ ਇੰਟੈਲੀਜੈਂਟ ਹੈ, ਉਹ ਵੀ ਲੇਡੀਜ਼ ਨੂੰ ਸਿਖਾ ਸਕਦੀ ਹੈ, ਕੁੜੀਆਂ ਨੂੰ ਕੰਮ ਸਿਖਾ ਸਕਦੀ ਹੈ। ਉਹਨਾਂ ਨੂੰ ਵੀ ਸਿਲਾਈ ਸੈਂਟਰ ਲਈ ਜਿਹੜਾ ਮੈਂ ਪੈਸੇ ਦੇ ਚੁੱਕੀ ਹਾਂ। ਇਸੇ ਤਰੀਕੇ ਦੇ ਨਾਲ ਕਈ ਹੋਰ ਪਿੰਡਾਂ ਦੇ ਵਿੱਚ, ਕਿਉਂਕਿ ਪ੍ਰੋਜੈਕਟ ਜਦੋਂ ਜੇ ਤੁਹਾਨੂੰ ਮੌਕਾ ਮਿਲਦਾ ਹੈ ਤਾਂ ਇਹਨਾਂ ਲਈ, ਔਰਤਾਂ ਲਈ ਕੋਈ ਵਿਜ਼ਨ ਤੁਹਾਡੇ ਦਿਮਾਗ ਦੇ ਵਿੱਚ? ਬਿਲਕੁਲ ਜੀ, ਬਿਲਕੁਲ। ਮੈਂ ਆਪਣੀਆਂ ਲੇਡੀਜ਼ ਦੇ ਲਈ ਇੱਥੇ ਸਿਰਫ ਸਿਲਾਈ ਸੈਂਟਰ ਤਾਂ ਛੋਟੀ ਜਿਹੀ ਗੱਲ ਹੈ, ਪਿੰਡਾਂ ਦੇ ਵਿੱਚ ਘਰ ਬਹਿ ਕੇ ਜਿਹੜਾ ਆਪਣੇ ਪਿੰਡ ਦੇ ਵਿੱਚ ਬਹਿ ਕੇ ਉਹ ਕੰਮ ਕਰ ਸਕਣ, ਕਿੱਤਾ ਮੁਖੀ ਇੱਦਾਂ ਦੇ ਪ੍ਰੋਜੈਕਟ, ਉਹਨਾਂ ਦੀਆਂ ਟ੍ਰੇਨਿੰਗਸ ਵਾਸਤੇ ਆਲਰੇਡੀ ਮੇਰੇ ਦਿਮਾਗ ਦੇ ਵਿੱਚ ਜਿਹੜਾ ਰੋਡ ਮੈਪ ਬਣਿਆ ਹੋਇਆ ਹੈ।
ਜਲੰਧਰ ਔਰ ਲੁਧਿਆਣੇ ਦੀ ਜਿਹੜੀ ਇੰਡਸਟਰੀ ਨਾਲ ਟਾਈ ਅਪ ਕਰਕੇ ਅਸੀਂ ਆਪਣੇ ਉਰੇ ਪ੍ਰੋਜੈਕਟਸ ਲੈ ਕੇ ਆਵਾਂਗੇ। ਲੋਕਾਂ ਨੂੰ ਖਾਸ ਤੌਰ ਤੇ ਮੇਰੀਆਂ ਭੈਣਾਂ ਨੂੰ ਰੋਜ਼ਗਾਰ ਦੇ ਪ੍ਰਬੰਧ ਕਰਾਉਂਗੀ, ਕਿਉਂਕਿ ਉਹਨਾਂ ਨੂੰ ਜਿਹੜਾ ਐਂ ਕਰਨੀ ਪੈਂਦੀ ਹੈ। ਮੈਨੂੰ ਕਈ ਵਾਰੀ ਦੱਸਦੀਆਂ ਨੇ ਕਿ ਸਾਨੂੰ ਕੁੱਟ ਵੀ ਪੈ ਜਾਂਦੀ ਹੈ ਆਪਣੇ ਘਰ ਮਤਲਬ ਹਸਬੈਂਡ ਤੋਂ, ਕਿ ਜਦੋਂ ਪੈਸੇ ਮੰਗਦੀਆਂ ਨੇ ਤੇ ਇਹੋ ਜਿਹੀ ਮਜਬੂਰੀ ਉਹਨਾਂ ਦੀ ਦੇਖ ਕੇ ਮੈਨੂੰ ਬੜਾ ਮਤਲਬ ਤਕਲੀਫ ਹੁੰਦੀ ਹੈ, ਔਰ ਉਹਨਾਂ ਦੀ ਤਕਲੀਫ ਨੂੰ ਸਮਝਦੇ ਹੋਏ ਮੈਂ ਇਹ ਕੰਮ ਜਿਹੜਾ ਕਰਨਾ ਹੈਗਾ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ। ਤੇ ਇਹ ਸਨ ਨਿਵਾਸ਼ਾ ਮਹਿਤਾ ਜੀ, ਜਿਨ੍ਹਾਂ ਨੇ ਗੜ੍ਹਸ਼ੰਕਰ ਹਲਕੇ ਤੋਂ ਭਾਜਪਾ ਦੀ ਟਿਕਟ ਲਈ ਹੈ ਤੇ ਉਹ ਇੱਥੇ ਹਲਕੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ। ਉਹਨਾਂ ਦਾ ਕਹਿਣਾ ਕਿ ਕਾਂਗਰਸ ਪਾਰਟੀ ਸਿਰਫ ਗੱਲਾਂ ਹੀ ਕਰਦੀ ਹੈ, ਪਰ ਪਰਿਵਾਰਵਾਦ ਤੇ ਉੱਥੇ ਚਾਪਲੂਸਾਂ ਦੀ ਭਰਮਾਰ ਹੈ। ਉੱਥੇ ਟਿਕਟਾਂ ਉਹਨਾਂ ਨੂੰ ਮਿਲਦੀਆਂ ਨੇ ਜਿਹੜੇ ਚਮਚਾਖੋਰੀ ਕਰਦੇ ਨੇ, ਜਦੋਂ ਕਿ ਜਿਹੜੀ ਉਹਨਾਂ ਦਾ ਸਿਧਾਂਤ ਹੈ ਉਹ ਤੋਂ ਉਲਟ ਚੱਲਦੀ ਹੈ। ਤੇ ਉਹਨਾਂ ਨਾਲ ਵੀ ਇਸੇ ਤਰ੍ਹਾਂ ਹੋਇਆ। ਕੰਮ ਉਹਨਾਂ ਨੇ ਕੀਤੇ, ਟਿਕਟ ਲੈਣ 'ਚ ਕੋਈ ਬਾਹਰੋਂ ਪੈਰਾਸ਼ੂਟ ਰਾਹੀਂ ਆ ਗਿਆ ਜਿਨ੍ਹਾਂ ਨੇ ਕਿ ਟਿਕਟ ਲੈ ਕੇ ਉਹਨਾਂ ਦਾ ਹੱਕ ਮਾਰਿਆ। ਪਰ ਉਹ ਕਹਿੰਦੇ ਲੋਕ ਮੇਰੇ ਨਾਲ ਨੇ, ਮੈਂ ਲੋਕਾਂ ਦੇ ਲਈ ਕੰਮ ਕਰਾਂਗੀ ਤੇ ਕੰਮ ਕਰਦੀ ਰਵਾਂਗੀ। ਤੇ ਇਸ ਗੜ੍ਹਸ਼ੰਕਰ ਹਲਕੇ ਨੂੰ ਉਹ ਕੇਂਦਰ ਤੋਂ ਪ੍ਰਧਾਨ ਮੰਤਰੀ ਨਾਲ ਆਡਾ ਲਾ ਕੇ ਵੀ ਉਹ ਪੈਕੇਜ ਲੈ ਕੇ ਆਉਣਗੇ। ਤੇ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ। ਪ੍ਰਾਈਮ ਇਲੈਕਸ਼ਨ ਪ੍ਰੋਗਰਾਮ ਦੇ ਤਹਿਤ ਅਗਲੇ ਹਲਕੇ ਤੇ ਫਿਰ ਅਸੀਂ ਤੁਹਾਨੂੰ ਮੁਲਾਕਾਤ ਕਰਾਵਾਂਗੇ ਕਿਸੇ ਅਗਲੇ ਆਗੂ ਨਾਲ। ਸਤਿ ਸ਼੍ਰੀ ਅਕਾਲ ਜੀ।